ਕਰੋਨਾ ਦੀ ਐਨਵਰਸਰੀ ਵੀ ਆ ਰਹੀ ਹੈ 23 ਮਾਰਚ। ਹੋ ਸਕਦਾ ਸਰਕਾਰ ਉਹਨੂੰ ਜ਼ੋਰ ਸ਼ੋਰ ਨਾਲ ਮਨਾਉਣ ਕਰਕੇ ਕਰ ਰਹੀ ਆ। ਲੋਕੀ ਕਹਿੰਦੇ ਕਰੋਨਾ ਵੀ ਸਰਕਾਰੀ ਹੋ ਗਿਆ, 9 ਵਜੇ ਨਿਕਲਦਾ ਆ, ਸਵੇਰ ਨੂੰ 5 ਵਜੇ ਮੁੜ ਜਾਂਦਾ, ਦਿਨੇ ਹੁੰਦਾ ਨਹੀਂ। ਜਦ ਕਿ ਰਾਤ ਦੇ ਟਾਈਮ ਤਾਂ ਲੋਕੀ ਘਰੇ ਹੁੰਦੇ ਨੇ। ਜਿਵੇਂ ਗੱਡੀ 'ਚ ਕਹਿੰਦੇ ਆ 4 ਜਣੇ ਗੱਡੀ 'ਚ ਜਾ ਰਹੇ ਨੇ ਤੇ ਚਲਾਨ ਹੋਏਗਾ। ਜੇ ਉਹੀ ਬੰਦੇ ਘਰੇ ਬੈਠੇ ਹੋਣ 4, ਫਿਰ ਘਰੇ ਵੀ ਚਲਾਨ ਹੋਣਾ ਚਾਹੀਦਾ ਉਹਨਾਂ ਦਾ। ਘਰ ਵਿੱਚ 4 ਜਾਂ 4 ਤੋਂ ਵੱਧ ਵੀ ਬੰਦੇ ਹੁੰਦੇ ਨੇ, ਬੱਚੇ ਹੁੰਦੇ ਨੇ। ਸਰਕਾਰ ਚਾਹੁੰਦੀ ਆ ਵੀ ਪੜ੍ਹੋ ਘੱਟ ਤੇ ਸਿਨੇਮਿਆਂ ਵੱਲ ਜ਼ਿਆਦਾ ਜਾਓ। ਜਦ ਸਕੂਲ ਬੰਦ ਕਰਤੇ ਨੇ, ਸਿਨੇਮੇ ਹਾਫ ਕਪੈਸਿਟੀ ਨਾਲ ਖੋਲ੍ਹ ਦਿੱਤੇ ਨੇ। ਸਰਕਾਰ ਲੋਕਾਂ ਨੂੰ ਜਾਗਰੂਕ ਕਰਨ ਦੀ ਬਜਾਏ ਡਰਾ ਰਹੀ ਆ, ਤੇ ਲੋਕ ਡਰਾ ਦੇ ਵਿੱਚ ਇਸ ਸਮੇਂ ਜੋ ਹਾਲਾਤ ਨੇ, ਲੋਕੀ ਘਬਰਾਏ ਹੋਏ ਨੇ। ਕਰੋਨਾ ਬਿਮਾਰੀ ਦਾ ਨਾਂ ਜੋ ਟੈਸਟ ਕਰਾਉਂਦੇ ਕਰੋਨਾ ਹੀ ਨਿਕਲਿਆ ਹੋਵੇ, ਅੱਧਾ ਤੇ ਬੰਦਾ ਉਦੋਂ ਹੀ ਮਰ ਜਾਂਦਾ। ਮੈਨੂੰ ਲੱਗਦਾ ਇਸ ਦੇਸ਼ 'ਚ ਕਰੋਨਾ ਆ ਕੇ ਸਰਕਾਰਾਂ ਤੇ ਜਨਤਾ ਨਾਲੋਂ ਜ਼ਿਆਦਾ ਅੱਜ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਕਰੋਨਾ ਨੂੰ ਲੈ ਕੇ ਆ, ਕਰੋਨਾ ਜ਼ਿਆਦਾ ਪਰੇਸ਼ਾਨ ਹੋਣਾ ਇੱਥੇ। ਅੱਜ ਫਿਰ ਪੰਜਾਬ ਦੇ ਅੰਦਰ ਇੱਕ ਵਾਰੀ ਫਿਰ ਕਰੋਨਾ ਦੀ ਲਹਿਰ ਉੱਠੀ ਆ। ਉਹਨਾਂ ਚੁਣਾਵਾਂ ਦੇ ਦਿਨਾਂ 'ਚ ਬਿਲਕੁਲ ਕਿਤੇ ਕਰੋਨੇ ਦਾ ਕੋਈ ਜ਼ਿਕਰ ਨਹੀਂ ਸੀਗਾ। ਔਰ ਜਿਹਨੂੰ ਮਾੜੀ ਜਿਹੀ ਖਾਂਸੀ ਹੁੰਦੀ ਆ, ਜ਼ੁਕਾਮ ਹੁੰਦਾ ਵਾ, ਕਿਉਂਕਿ ਮੌਸਮ ਵੀ ਚੇਂਜ ਹੋ ਰਿਹਾ, ਸਾਡੇ ਦੇਸ਼ ਦਾ ਮੌਸਮ ਵੀ ਇੱਦਾਂ ਹੀ ਆ ਕਿ ਸਮੇਂ-ਸਮੇਂ 'ਤੇ ਚੇਂਜ ਹੁੰਦਾ ਰਹਿੰਦਾ ਵਾ। ਜਿਹਨੂੰ ਇਹ ਹੁੰਦਾ ਉਹਨੂੰ ਵੀ ਕਰੋਨਾ ਕੱਢੀ ਜਾ ਰਹੇ ਆ। ਉਸ ਸੈਕਟਰੀਏਟ 'ਚ ਜਾ ਕੇ ਤੁਸੀਂ ਸੇਵਾ ਕੇਂਦਰ ਦੇਖੋ, ਉਹ ਸੇਵਾ ਕੇਂਦਰ ਐਕਚੁਅਲ 'ਚ ਮੈਂ ਕਹਿੰਦਾ ਕਰੋਨਾ ਕੇਂਦਰ ਬਣ ਚੁੱਕਿਆ ਵਾ। ਹਜ਼ਾਰਾਂ ਦੀ ਗਿਣਤੀ ਲੋਕਾਂ ਦੇ ਖਵਾਰ ਹੋ ਰਹੇ ਉੱਥੇ ਜਾ ਕੇ। ਲੋਕਾਂ ਨੂੰ ਆਪਣੇ ਕੰਮ ਲਈ ਧੱਕੇ ਖਾਣੇ ਪੈ ਰਹੇ ਆ, ਔਰ ਲੋਕਾਂ ਨੂੰ ਨਾ ਚਾਹੁੰਦੇ ਹੋਏ ਵੀ ਉਸ ਭੀੜ ਦਾ ਹਿੱਸਾ ਬਣਨਾ ਪੈਂਦਾ ਵਾ। ਕੈਪਟਨ ਸਾਹਿਬ ਨੂੰ ਸਿਵਾਏ ਆਪਣੀ ਆਰਾਮ ਪ੍ਰਸਤੀ ਤੋਂ, ਐਸ਼ ਪ੍ਰਸਤੀ ਤੋਂ, ਉਹ ਛੁੱਟੀਆਂ ਮਨਾਉਣ ਤੋਂ ਸਿਵਾਏ ਕੋਈ ਕੰਮ ਨਹੀਂ ਹੈ ਕੈਪਟਨ ਸਾਹਿਬ ਨੂੰ। ਔਰ ਮੈਂ ਕਹਿੰਦਾ ਪੰਜਾਬ ਦੀ ਮਾੜੀ ਕਿਸਮਤ ਆ ਕਿ ਪੰਜਾਬ ਨੂੰ ਇਹੋ ਜਿਹਾ ਮੁੱਖ ਮੰਤਰੀ ਮਿਲਿਆ। ਆਮ ਬੰਦਾ ਹੈ, 4 ਬੰਦੇ ਇਕੱਠੇ ਆ ਕਿਤੇ, ਉਹਨਾਂ ਚਲਾਨ ਹੋ ਰਿਹਾ। ਮੋਟਰਸਾਈਕਲ ਤੁਰਿਆ ਉਹਦਾ 500 ਰੁਪਏ ਦਾ ਚਲਾਨ 1000 ਦਾ ਹੋ ਰਿਹਾ। ਇੱਥੇ ਜਿਹੜੇ ਪੰਜਾਬ ਦੇ ਮੰਤਰੀ MLA ਤੁਰੇ, ਉਦਘਾਟਨ ਕਰਨ ਤੁਰੇ ਹੋਏ ਆ। ਉੱਥੇ ਨਹੀਂ ਇਹ ਚੀਜ਼ ਹੈਗੀ ਜੀ ਲਾਗੂ। ਜਿਹਦੇ ਹੱਥ ਕਹਿੰਦੇ ਨਾ ਕਿ ਪਾਵਰ ਹੈਗੀ ਹੈ, ਜਿਹਦੇ ਹੱਥ ਲਾਠੀ ਹੈ ਤੇ ਭੈਂਸ ਉਹਦੀ ਹੈ, ਮੱਝ ਉਹਦੀ ਹੈ, ਉਹ ਹਿਸਾਬ ਹੈ। ਇਹਨਾਂ ਕਰੋਨਾ ਪਹਿਲਾਂ ਕਹਿ ਦਿੱਤਾ ਸੀਗਾ ਕਿ ਸਾਡੇ ਪੋਤੀ ਦਾ ਵਿਆਹ ਹੈ, ਉੱਧਰਲੇ ਪਾਸੇ ਨੂੰ ਤੁਸੀਂ ਜਾਣਾ, ਤੇ ਗਰੀਬਾਂ ਵੱਲ ਜਾਓ, ਤਾਂ ਫਿਰ ਅਸੀਂ ਉੱਧਰ ਜਾ ਕੇ ਲੋਕਡਾਊਨ ਲਾਵਾਂਗੇ। ਜਿਹੜੇ ਰੋਟੀ ਖਾਂਦੇ 4, ਉਹਨਾਂ ਨੂੰ ਅਸੀਂ ਤੰਗ ਕਰਾਂਗੇ। ਉਹ ਚੀਜ਼ ਹੈ ਜੀ। ਛੋਟਾ ਸ਼ਹਿਰ ਹੈ ਸਾਡੇ ਕੋਲ, ਇੱਥੇ ਨਾਈਟ ਸ਼ਿਫਟਾਂ ਚੱਲਦੀਆਂ ਰਹੀਆਂ, ਨਾ ਕੋਈ ਇੱਥੇ ਮੈਟਰੋ ਹੈ, ਨਾ ਨਾਈਟ ਸਰਵਿਸ ਕੋਈ ਬੱਸਾਂ ਚੱਲਦੀਆਂ ਕਿ ਜਿੱਥੇ ਰਸ਼ ਹੋਵੇ, ਭੀੜ ਭਾੜ ਹੈ। ਸਾਡੇ ਤਾਂ 10 ਵਜੇ ਚੱਕਰ ਲਾਓ, ਸਾਰਾ ਟੋਟਲੀ ਉੱਥੇ ਵੈਸੇ ਹੀ ਬੰਦ ਹੁੰਦਾ। ਇੱਥੇ ਲੋੜ ਨਹੀਂ ਸੀਗੀ। ਛੋਟਾ ਸ਼ਹਿਰ ਹੈ ਇਹ, ਕੋਈ ਮੈਟਰੋ ਸਿਟੀ ਨਹੀਂ ਹੈਗੀ ਇਹ। ਆਮ ਬੰਦੇ ਲਈ ਕਰੋਨਾ ਹੈਗਾ ਹੈ, MLA ਲਈ, ਵੱਡੇ ਲਈ, ਮੰਤਰੀ ਲਈ, ਉਹਨਾਂ ਲਈ ਕੋਈ ਕਰੋਨਾ ਨਹੀਂ ਹੈ। ਅਗਲੇ 100 ਬੰਦਾ ਇਕੱਠਾ ਕਰਦੇ ਆ, ਸੜਕਾਂ ਦਾ ਉਦਘਾਟਨ ਕਰਨ ਤੁਰੇ ਆ ਜੀ। ਮੈਂ ਉੱਥੇ ਕਰੋਨਾ ਹੈ ਨਹੀਂ ਜੀ। ਇੰਨੀ ਸਖਤੀ ਵੀ ਆ, ਕੋਈ ਦਿਨ ਦੀ ਨਹੀਂ, ਤੇ ਉਹ ਵੀ ਕੋਈ ਐਡੀ ਕੋਈ ਗੱਲ ਨਹੀਂ ਬਣਦੀ। ਜਾਂ ਤਾਂ ਵੀ ਦਿਨ ਵੇਲੇ ਵੀ ਕੁਛ ਉਹਦੇ ਵਿੱਚ ਇੰਪਰੂਵ ਕੀਤਾ ਜਾਵੇ। ਰਾਤ ਦਾ ਕੋਈ ਜਿੱਦਾਂ 9 ਤੋਂ 11 ਦਾ, 9 ਤੋਂ ਸਵੇਰੇ 5 ਵਜੇ ਤੱਕ ਤਾਂ ਲੋਕੀ ਵੈਸੇ ਹੀ ਆਪਣੇ ਆਪਣੇ ਘਰਾਂ 'ਚ ਹੀ ਹੁੰਦੇ ਆ। ਦੁਕਾਨਦਾਰ ਕਿੰਨੇ ਕੁ ਮਾਸਕ ਕਿੱਦਾਂ ਲੋਕਾਂ ਨੂੰ ਵੰਡੂਗਾ ਜੀ? ਪਹਿਲਾਂ ਤਾਂ ਦੁਕਾਨਦਾਰ ਕਸਟਮਰ ਨੂੰ ਇਹ ਗੱਲ ਕਹਿ ਹੀ ਨਹੀਂ ਸਕਦਾ ਕਿ ਤੁਸੀਂ ਭੈਣ ਜੀ ਮਾਸਕ ਲਾਓ। ਉਹ ਕਈ ਵਾਰੀ ਗਾਹਕ ਕਿੱਦਾਂ ਦਾ ਹੁੰਦਾ, ਫੀਲ ਕਰਦਾ, ਉੱਠ ਕੇ ਟੁਰ ਪੈਂਦਾ। 50% ਗੈਦਰਿੰਗ ਤੇ ਉਹਦਾ ਕੀ ਫਰਕ? ਉਹ ਤਾਂ 50 ਕਰਤੀ, ਸਕੂਲ ਬੰਦ ਕਰਤੇ, ਉਹ ਕੋਈ ਗੱਲ ਬਣਦੀ ਹੀ ਨਹੀਂ। ਜਦ ਕਿ ਦੋਨੇ ਚੀਜ਼ਾਂ ਬੰਦ, ਜੇ ਸਕੂਲ ਬੰਦ ਆ ਤੇ ਉਹ ਵੀ ਬੰਦ ਹੋਣੇ ਚਾਹੀਦੇ। ਬੜਾ ਤਗੜਾ ਬੈਡ ਇਫੈਕਟ ਪੈਂਦਾ। ਇਹ ਤਾਂ ਵਪਾਰੀ ਦੁਕਾਨਦਾਰਾਂ ਨੂੰ ਪਤਾ, ਜਿਹੜੇ ਸਾਰੀ ਦਿਹਾੜੀ ਸਵੇਰੇ 9 ਵਜੇ ਤੋਂ ਆ ਕੇ ਰਾਤ ਦੇ 7, 7:30, 8 ਵਜੇ ਤੱਕ ਦੁਕਾਨਾਂ ਖੋਲ੍ਹ ਕੇ ਬੈਠਦੇ। ਗਾਹਕ ਤਾਂ ਆਉਂਦੇ ਸਾਰੇ ਗਿਣਤੀ ਮਿੰਤੀ ਦਿਹਾੜੀ 'ਚ 4 ਜਾਂ 5, ਉਹਨਾਂ 'ਚੋਂ ਵੀ 1-2 ਲਿਜਾਂਦੇ ਆ, 2-3 ਉੱਦਾਂ ਟੁਰ ਜਾਂਦੇ ਆ। ਰਾਜਨੀਤਿਕ ਸਿਆਸੀ ਲੋਕ ਇਹ ਖਿਲਵਾੜ ਕਰਦੇ ਆ। ਇਹਨਾਂ ਦੀਆਂ ਆਪਣੀਆਂ ਰੈਲੀਆਂ 'ਚ ਕੋਈ ਕਰੋਨਾ ਨਹੀਂ। ਜਦੋਂ ਤੁਹਾਡਾ ਕੋਈ ਧਾਰਮਿਕ ਫੰਕਸ਼ਨ ਆਉਣਾ, ਤੁਹਾਡੇ ਕੋਈ ਗੁਰੂਆਂ ਦੀਆਂ ਆਣੀਆਂ, ਇਤਿਹਾਸਕ ਹੋਲੇ ਮਹੱਲੇ ਜਾਂ ਵਿਸਾਖੀ ਦਾ ਤਿਉਹਾਰ ਲਓ, ਉਦੋਂ ਕਰੋਨਾ ਸ਼ੁਰੂ ਹੋ ਜਾਂਦਾ। ਜਿੱਲੇ ਇਹਨਾਂ ਦੀਆਂ ਰੈਲੀਆਂ ਹੁੰਦੀਆਂ, ਪਿੱਛੇ ਕੈਪਟਨ ਸਾਹਿਬ ਦੀ ਮੈਰਿਜ ਸੀਗੀ ਉਹਨਾਂ ਦੇ ਘਰ ਦੇ ਵਿੱਚ, ਉਦੋਂ ਕਰੋਨਾ ਨਹੀਂ ਸੀਗਾ। ਅੱਜ ਬੰਗਾਲ ਦੇ ਵਿੱਚ ਮੋਦੀ ਸਾਹਿਬ ਰੈਲੀਆਂ ਵੱਡੀਆਂ ਕਰ ਰਹੇ ਆ, ਉੱਥੇ ਕਰੋਨਾ ਨਹੀਂ ਹੈਗਾ। ਤੇ 5 ਸਟੇਟਾਂ ਦੀ ਇਲੈਕਸ਼ਨ ਹੋ ਰਹੀ ਆ, ਜਦੋਂ ਇਲੈਕਸ਼ਨ ਵਿੱਚ ਕਰੋਨਾ ਨਹੀਂ ਹੈਗਾ ਤੇ ਉਦੋਂ ਕਰੋਨਾ ਨਹੀਂ ਹੋ ਰਿਹਾ। ਸਰਕਾਰ ਨੂੰ ਇਹ ਵੀ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਹੈਗਾ। ਮੈਂ ਤਾਂ ਇਹ ਕਹਾਂਗਾ ਕਿ ਜਿਹੜੇ ਬੰਦਾ ਆਪਣੀ ਪ੍ਰਾਈਵੇਟ ਗੱਡੀ ਵਿੱਚ ਜਾ ਰਿਹਾ ਹੈਗਾ, ਆਪਣੇ ਫੈਮਿਲੀ ਮੈਂਬਰ ਲੈ ਕੇ ਜਾ ਰਿਹਾ ਨਾਲ, ਤੇ ਉਹਨਾਂ ਦੇ ਵੀ ਤੁਸੀਂ ਚਲਾਨ ਕੱਟੀ ਜਾਂਦੇ ਹੋ। ਦੋਸਤੋ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਰੋਨਾ ਦੀ, ਜਿਹੜੀ ਮਹਾਮਾਰੀ ਨੂੰ ਲਗਭਗ 1 ਸਾਲ ਪੂਰਾ ਹੋਣ ਵਾਲਾ ਆ 23 ਤਰੀਕ ਨੂੰ। ਤੇ ਜੇ ਗੱਲ ਕਰੀਏ ਪਏ ਦੀ ਦੁਆਰਾ ਜਿਹੜੀ ਸਖਤੀ ਆ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਕਰ ਦਿੱਤੀ ਗਈ ਆ। ਪਹਿਲਾਂ ਜਿਹੜਾ ਨਾਈਟ ਕਰਫਿਊ ਸੀਗਾ, ਇਹ ਜਿਹੜਾ ਲਾਇਆ ਗਿਆ ਸੀਗਾ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ, ਪਰ ਇਹਨੂੰ ਜਿਹੜਾ ਹੋਣਾ ਇਹਦਾ ਸਮਾਂ ਥੋੜ੍ਹਾ ਵਧਾ ਕੇ 2 ਘੰਟੇ ਹੋਰ ਵਧਾ ਕੇ ਤੇ ਇਹ ਕਰ ਦਿੱਤਾ ਗਿਆ ਹੁਣ 9 ਵਜੇ ਤੋਂ ਲੈ ਕੇ ਤੇ ਸਵੇਰੇ 5 ਵਜੇ ਤੱਕ। ਤੇ ਆ ਮਾਰਕੀਟ ਵਿੱਚ ਆਪਾਂ ਕੁਝ ਸੱਜਣਾ ਨਾਲ ਗੱਲ ਕਰਾਂਗੇ ਜੋ ਇੱਥੋਂ ਸਮਾਨ ਖਰੀਦਣ ਆਏ ਨੇ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਹਾਂਜੀ ਸਰ, ਸ਼ੁਭ ਨਾਮ ਕੀ ਜੀ ਆਪਣਾ? ਮੇਰਾ ਜੀ ਅਸ਼ੋਕ ਹੈਪੀ ਜੀ, ਮੈਂ ਕੋਤਵਾਲੀਵਾਲ ਮਾਰਕੀਟ ਦਾ ਪ੍ਰੈਜ਼ੀਡੈਂਟ ਹੈ ਜੀ। ਇਹ ਸਰ ਜਿੱਦਾਂ ਪਿਆ ਤੁਹਾਨੂੰ ਪਤਾ ਵੀ ਜਿਹੜਾ ਕਰੋਨਾ ਦਾ ਹੁਣ ਦੁਬਾਰਾ ਇਹ ਜਿਹੜਾ ਦੌਰ ਫੇਰ ਸ਼ੁਰੂ ਹੋ ਗਿਆ ਇੱਕ ਵਾਰੀ, ਇਹ ਜਿਹੜੀ ਮਹਾਮਾਰੀ ਆ ਇਹ ਫੇਰ ਦੁਬਾਰਾ ਕਾਫੀ ਲੋਕਾਂ 'ਚ ਵੀ ਇਹਦਾ ਇੱਕ ਡਰ ਕਹਿ ਲਈਏ ਜਾਂ ਉਹ ਵੀ ਹੈਗਾ ਆ। ਤੇ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਵੀ ਇੰਨੀ ਜ਼ਿਆਦਾ ਸਖਤੀ ਕਰ ਦਿੱਤੀ ਗਈ ਹੈ ਵੀ ਜਿਹੜਾ ਰਾਤ ਨੂੰ 9 ਵਜੇ ਤੋਂ ਲੈ ਕੇ ਆ ਸਵੇਰੇ 5 ਵਜੇ ਤੱਕ ਜਿਹੜਾ ਪੂਰਨ ਤੌਰ ਤੇ ਜਿਹੜਾ ਕਰਫਿਊ ਜਿਹੜਾ ਲਾਇਆ ਗਿਆ ਆ। ਕਰਫਿਊ ਤਾਂ ਕੋਈ ਐਡੀ ਨੀਡ ਸੀਗੀ ਨਹੀਂ। ਚਲੋ 11 ਵਜੇ ਤੱਕ ਦਾ ਟਾਈਮ ਠੀਕ ਸੀਗਾ। 9 ਵਜੇ ਲਗਾ ਕੇ ਇਹ ਤਾਂ ਹੈ ਨਹੀਂ ਕਿ ਦਿਨ ਦੇ ਟਾਈਮ ਜਿਹੜਾ ਹੈਗਾ ਕਿ ਕਰੋਨਾ ਘੁੰਮਦਾ ਬਾਜ਼ਾਰਾਂ 'ਚ,
ਤਾਂ ਰਾਤ ਨੂੰ ਜਿੱਦਾਂ ਹਨੇਰਾ ਹੁੰਦਾ ਹੈ ਰਾਤ ਨੂੰ 9 ਵਜੇ ਵਾਪਸ ਚਲ ਜਾਂਦਾ, ਉਹ ਕੋਈ ਇਸ਼ੂ ਨਹੀਂ ਹੈਗਾ। ਬੇਸਿਕਲੀ ਹੁਣ ਅਸੀਂ ਦੇਖਦੇ, ਮੈਂ ਪਰਸੋਂ ਜਲੰਧਰ ਗਿਆ, ਸਾਡੀ ਗੱਡੀ ਰੋਕ ਕੇ ਇਹਨਾਂ ਨੇ ਇਕੱਲੇ ਫੈਮਿਲੀ ਨਾਲ ਸੀ, ਮਾਸਕ ਕਿੱਥੇ ਤੁਹਾਡਾ ਜੀ, ਚਲਾਨ ਹੈ ਇਹ ਇਹ ਚਲਾਨ ਜਿਹੜਾ ਬੰਦ ਹੈਗਾ ਸਰਕਾਰ ਨੂੰ, ਨਾ ਗਵਰਨਮੈਂਟ ਦੀਆਂ ਪਾਲਿਸੀਆਂ ਟੋਟਲੀ ਗਲਤ ਹੈ ਮੇਰੇ ਹਿਸਾਬ ਨਾਲ। ਕਿ ਜਦੋਂ ਇਹ ਬੱਸਾਂ ਵਿੱਚ ਜਾਂ ਤੁਹਾਡੀਆਂ ਜਿਹੜੀਆਂ ਵੱਡੀਆਂ ਗੱਡੀਆਂ ਆ, ਟੈਂਪੂ ਟਰੈਵਲਰ ਹੋਇਆ, ਉਹਨੇ ਤੁਸੀਂ ਦੇਖ ਸਕਦੇ ਜਿੱਥੇ ਡਿਫਰੈਂਟ ਕਾਈਂਡ ਦੇ ਲੋਕ ਵਿੱਚ ਬੈਠੇ ਹੈ, ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ। ਹੁਣ ਜੇ ਘਰ ਦੀ ਬੰਦਾ ਇੱਕ ਫੈਮਿਲੀ ਹੈ ਉਹ ਜਾ ਰਹੀ ਹੈ, ਉਹਨੂੰ ਮਾਸਕ ਦੀ ਕੋਈ ਨੀਡ ਨਹੀਂ ਹੈ। ਇਹ ਧੱਕੇਸ਼ਾਹੀ ਹੋ ਰਹੀ ਹੈ ਹਰ ਪਾਸੇ, ਐਡੀਆਂ ਰੈਲੀਆਂ ਹੋ ਰਹੀਆਂ, ਮੋਦੀ ਸਾਹਿਬ ਦੀ ਹੋ ਰਹੀ ਹੈ ਬੰਗਾਲ 'ਚ, ਉੱਥੇ ਕਰੋਨਾ ਹੈ ਨਹੀਂ ਜੀ। ਇੱਥੇ ਇਲੈਕਸ਼ਨ ਹੋਏ, ਇੱਥੇ ਕਰੋਨਾ ਹੈ ਨਹੀਂ ਹੈ ਉਸ ਵੇਲੇ, ਹੁਣ ਕਿੱਥੋਂ ਆ ਗਿਆ ਕਰੋਨਾ ਜੀ ਇੱਕਦਮ। ਚਲੋ ਪੇਸ਼ੈਂਟ ਹੈਗੇ ਆ, ਇਹ ਲੋਕਾਂ ਨੇ ਜਿਹੜੀ ਹੈ ਆਪਣੇ ਆਪ ਥੋੜ੍ਹੀ ਅਵੇਅਰਨੈਸ ਚਾਹੀਦੀ ਹੈਗੀ ਹੈ, ਮਾਸਕ ਲਾ ਕੇ ਰੱਖੋ, ਹੱਥ ਧੋ, ਘੱਟੋ ਘੱਟ ਜਿਹੜੇ ਹੱਥ ਧੋਈ ਜਾਊਂਗੇ ਤੁਸੀਂ ਬਾਰ-ਬਾਰ, ਤੁਹਾਡਾ ਬਚਾਅ ਰਹੇਗਾ। ਬਾਕੀ ਮੇਰੇ ਹਿਸਾਬ ਨਾਲ ਤਾਂ ਕੋਈ ਇੰਨਾ ਹੈ ਨਹੀਂ ਕਿ 600 ਕੇਸ ਰੋਜ਼ ਆ ਗਿਆ ਜੀ, 500 ਆ ਗਿਆ, ਪਹਿਲੇ ਕਿਉਂ ਨਹੀਂ ਆਇਆ ਜੀ, ਹੁਣ ਕਿਉਂ ਹੋਇਆ ਇੱਕਦਮ ਸ਼ੁਰੂ ਹੋ ਗਿਆ। ਬਾਕੀ 9 ਵਜੇ ਦਾ ਕੋਈ ਇਸ਼ੂ ਨਹੀਂ ਹੈਗਾ ਕਿ ਧੱਕੇ ਨਾਲ ਤੁਸੀਂ ਬਾਜ਼ਾਰ ਬੰਦ ਕਰਾਓ, ਉਹ ਕਰੋ, ਨੋ। ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਜਿੱਥੇ ਜ਼ਿਆਦਾ ਰਸ਼ ਹੈਗਾ, ਰਸ਼ ਨੂੰ ਤੁਸੀਂ ਮਤਲਬ ਕਰੋ, ਸਾਰੇ ਸੈਟਿੰਗ ਕਰੋ ਇਹਦੀ। ਜੇ ਗੱਲ ਕੀਤੀ ਜਾਵੇ ਜਿਹੜਾ ਦਿਨ ਨੂੰ ਤਾਂ ਆਪਾਂ ਮਾਸਕ ਲਾ ਕੇ ਇਹਨੂੰ ਕੰਟਰੋਲ ਕਰ ਸਕਦੇ ਆ, ਤੇ ਕੀ ਜੇ ਸੇਮ ਇਹੀ ਫੋਲੋ ਕੀਤਾ ਜਾਵੇ ਰਾਤ ਨੂੰ, ਇਦਾਂ ਨਹੀਂ ਹੋ ਸਕਦਾ ਫਿਰ ਮਾਸਕ ਲਾ ਕੇ ਰਾਤ ਨੂੰ ਵੀ ਜਿਹਨੂੰ ਜ਼ਰੂਰੀ ਕੰਮ ਆ ਜਾਂ ਜਿੱਦਾਂ ਵੀ ਹੈਗਾ ਕੋਈ ਜਾ ਸਕੇ? ਰਾਤ ਨੂੰ ਭਾਈ ਸਾਹਿਬ ਸਿਰਫ ਇਹ ਹੈਗਾ ਕਿ ਸ਼ਹਿਰ ਦੇ ਲੋਕਾਂ ਦਾ ਜਿਹੜਾ ਹੈਗਾ ਘੁੰਮਣਾ ਫਿਰਨਾ ਬੰਦ ਹੁੰਦਾ, ਅਦਰਵਾਈਜ਼ ਜਿਹੜੀ ਟਰਾਂਸਪੋਰਟੇਸ਼ਨ ਹੈ ਜਾਂ ਜਿਹੜੀਆਂ ਕੋਈ ਸਮਾਨ ਲੈ ਕੇ ਗੱਡੀਆਂ ਆਉਂਦੀਆਂ, ਇਹ ਸਿਰਫ ਉਹਨਾਂ ਵਾਸਤੇ ਹੈ ਕਿ ਬਾਹਰੋਂ ਬੰਦੇ ਆਉਂਦੇ ਹੈ। ਬਾਕੀ ਲੋਕਲ ਤਾਂ ਕੋਈ ਘੁੰਮਦਾ ਹੀ ਨਹੀਂ 10-11 ਵਜੇ ਤੋਂ ਬਾਅਦ। ਜੇ ਬਿਲਕੁਲ ਤੁਹਾਡੀ ਗੱਲ ਸਹੀ ਹੈ। ਜੇ ਸਾਡੇ ਸ਼ਹਿਰ ਦੀ ਗੱਲ ਕਰੀਏ ਤਾਂ ਸਾਡਾ ਸ਼ਹਿਰ ਤਾਂ ਉੱਦਾਂ ਵੀ 9-10 ਵਜੇ ਦੇ ਕਰੀਬ ਲਗਭਗ ਤੇ ਬੰਦ ਹੀ ਹੋ ਜਾਂਦਾ ਆ। ਬਿਲਕੁਲ ਠੀਕ ਹੈ ਜੀ। ਸਾਡਾ ਮੋਸਟਲੀ ਸਾਡੀ ਮਾਰਕੀਟ ਜਿਹੜੀ ਹੈਗੀ 8 ਵਜੇ 8:30 ਤੱਕ ਦੁਕਾਨਾਂ ਬੰਦ ਹੋ ਜਾਂਦੀਆਂ, 9 9:30 ਤੱਕ ਲੋਕ ਜਿਹੜੇ ਘੁੰਮ ਫਿਰ ਕੇ 10 ਵਜੇ ਸਾਰੇ ਆਪਣੇ ਘਰਾਂ 'ਚ ਹੁੰਦੇ ਆ, ਤਾਂ ਕੋਈ ਐਡਾ ਇਸ਼ੂ ਨਹੀਂ ਹੈਗਾ ਹੈ। ਚਲੋ ਹੁਣ ਇਹ ਹੈ ਕਿ ਮੌਜੂਦਾ ਸਰਕਾਰ ਹੈ, ਸਰਕਾਰਾਂ ਨੇ ਕੰਮ ਵੀ ਕਰਨੇ, ਧੱਕੇ ਵੀ ਕਰਨੇ ਹੈ, ਫੰਡਸ ਵੀ ਆਣੇ ਆ, ਕਈ ਕੁਛ ਹੋਣਾ, ਤੁਹਾਨੂੰ ਪਤਾ, ਤੁਸੀਂ ਆਪ ਸਮਝਦਾਰ ਹੈ। ਮੈਂ ਤਾਂ ਸਿਵਲ ਹਸਪੀਟਲ ਹੀ ਗਿਆ ਸੀਗਾ ਕੱਲ੍ਹ, ਮੈਨੂੰ ਜਾ ਕੇ ਦੇਖਿਆ ਉੱਥੇ ਬੁਰਾ ਹਾਲ ਹੈ, ਗੰਦਖਾਨਾ, ਕੋਈ ਸੋਸ਼ਲ ਡਿਸਟੈਂਸਿੰਗ ਨਹੀਂ, ਨਾਲ ਬੰਦੇ ਖੜੇ, ਪਰਚੀਆਂ ਬਣ ਰਹੀਆਂ, ਲੈਣਾ ਲੱਗੀਆਂ, ਕੋਈ ਦੇਖ ਰੇਖ ਹੈ ਹੀ ਨਹੀਂ, ਕੋਈ ਸਿਸਟਮ ਹੀ ਹੈ ਨਹੀਂ ਕੋਈ ਵੀ ਇੱਥੇ। ਤੇ ਕੀ ਤੁਸੀਂ ਕਹਿਣਾ ਚਾਹੋਗੇ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ? ਪ੍ਰਸ਼ਾਸਨ ਨੂੰ ਇਹ ਹੈ ਕਿ ਲੋਕਾਂ ਦੇ ਵਿੱਚ ਜਾ ਕੇ ਘੁੰਮੋ, ਫਿਰ ਤੁਹਾਨੂੰ ਅਸਲੀਅਤ ਪਤਾ ਲੱਗੂ ਕੀ ਹੈ। ਦਫ਼ਤਰਾਂ 'ਚ ਬਹਿ ਕੇ ਨਹੀਂ ਹੁੰਦਾ ਕੰਮ। ਹੁਣ ਆਮ ਬੰਦਾ ਹੈ, 4 ਬੰਦੇ ਇਕੱਠੇ ਹੈ ਕਿਤੇ, ਉਹਨਾਂ ਚਲਾਨ ਹੋ ਰਿਹਾ, ਮੋਟਰਸਾਈਕਲ ਤੁਰਿਆ ਉਹਦਾ 500 ਰੁਪਏ ਦਾ ਚਲਾਨ 1000 ਦਾ ਹੋ ਰਿਹਾ। ਇੱਥੇ ਜਿਹੜੇ ਪੰਜਾਬ ਦੇ ਮੰਤਰੀ MLA ਤੁਰੇ, ਉਦਘਾਟਨ ਕਰਨ ਤੁਰੇ ਹੋਏ ਆ, ਉੱਥੇ ਨਹੀਂ ਇਹ ਚੀਜ਼ ਹੈਗੀ ਜੀ ਲਾਗੂ। ਕੈਪਟਨ ਸਾਹਿਬ ਦੀ ਆਪਣੀ ਪੋਤੀ ਦਾ ਮੈਰਿਜ ਸੀਗੀ ਤੇ ਉੱਥੇ ਵੀ ਕਰੋਨਾ ਮੇਰੇ ਖਿਆਲ ਕੋਈ ਨਹੀਂ ਸੀਗਾ, ਜਾਂ ਕੋਈ ਇਹਨਾਂ ਦੇ ਡਰ ਹੋਊਗਾ ਫਿਰ ਸਰਕਾਰ ਆ ਜੀ ਇਹਨਾਂ ਦੇ ਨਹੀਂ ਜਾਣਾ ਸੀ। ਬਿਲਕੁਲ ਸਹੀ ਗੱਲ ਤੁਹਾਡੀ ਜੀ। ਜਿਹਦੇ ਹੱਥ ਕਹਿੰਦੇ ਨਾ ਕਿ ਪਾਵਰ ਹੈਗੀ ਹੈ, ਜਿਹਦੇ ਹੱਥ ਲਾਠੀ ਹੈ ਤੇ ਭੈਂਸ ਉਹਦੀ ਹੈ, ਮੱਝ ਉਹਦੀ ਹੈ, ਉਹ ਹਿਸਾਬ ਹੈ। ਇਹਨਾਂ ਕਰੋਨਾ ਪਹਿਲਾਂ ਕਹਿ ਦਿੱਤਾ ਸੀਗਾ ਕਿ ਸਾਡੇ ਪੋਤੀ ਦਾ ਵਿਆਹ ਹੈ, ਉਧਰਲੇ ਪਾਸੇ ਨੂੰ ਤੁਸੀਂ ਜਾਣਾ, ਤੇ ਗਰੀਬਾਂ ਵੱਲ ਜਾਓ, ਤਾਂ ਫਿਰ ਅਸੀਂ ਉੱਧਰ ਜਾ ਕੇ ਲੋਕਡਾਊਨ ਲਾਵਾਂਗੇ। ਜਿਹੜੇ ਰੋਟੀ ਖਾਂਦੇ 4 ਉਹਨਾਂ ਨੂੰ ਅਸੀਂ ਤੰਗ ਕਰਾਂਗੇ, ਉਹ ਚੀਜ਼ ਹੈ ਜੀ। ਤੁਹਾਨੂੰ ਕੀ ਲੱਗਦਾ ਵੀ ਜਿੱਦਾਂ ਆਪਣਾ ਇੱਕ ਛੋਟਾ ਜਿਹਾ ਸ਼ਹਿਰ ਆ ਹੁਸ਼ਿਆਰਪੁਰ, ਇਹ ਤਾਂ ਆਲਰੇਡੀ ਇਹ ਪਹਿਲਾਂ ਹੀ 9-10 ਵਜੇ ਤੱਕ ਲਗਭਗ ਬੰਦ ਹੋ ਹੀ ਜਾਂਦਾ, ਤੇ ਕੀ ਇਹਦੇ ਵਿੱਚ ਰਾਤ ਦੇ ਕਰਫਿਊ ਦੀ ਜ਼ਰੂਰਤ ਸੀ? ਮੇਰੇ ਹਿਸਾਬ ਨਾਲ ਤਾਂ ਕੋਈ ਲੋੜ ਨਹੀਂ ਸੀਗੀ ਜੀ, ਕਿਉਂ 9-10 ਵਜੇ ਸਾਰੇ ਅਦਾਰੇ ਬੰਦ ਹੋ ਜਾਂਦੇ, ਲੋਕ ਘਰਾਂ ਚਲੇ ਜਾਂਦੇ ਹੈ। ਤੇ ਬਾਕੀ ਜੇ ਤੁਸੀਂ ਕਹੋ ਕਿ ਛੋਟਾ ਸ਼ਹਿਰ ਹੈ, ਸਾਡੇ ਕੋਲ ਇੱਥੇ ਨਾਈਟ ਸ਼ਿਫਟਾਂ ਚੱਲਦੀਆਂ ਨਹੀਂ ਹੈ, ਨਾ ਕੋਈ ਇੱਥੇ ਮੈਟਰੋ ਹੈ, ਨਾ ਨਾਈਟ ਸਰਵਿਸ ਕੋਈ ਬੱਸਾਂ ਚੱਲਦੀਆਂ ਕਿ ਜਿੱਥੇ ਰਸ਼ ਹੋਵੇ, ਭੀੜ ਭਾੜ ਹੈ। ਸਾਡਾ 10 ਵਜੇ ਚੱਕਰ ਲਾਓ, ਸਾਰਾ ਟੋਟਲੀ ਉੱਥੇ ਵੈਸੇ ਹੀ ਬੰਦ ਹੁੰਦਾ। ਇੱਥੇ ਲੋੜ ਨਹੀਂ ਸੀਗੀ, ਛੋਟਾ ਸ਼ਹਿਰ ਹੈ ਇਹ, ਕੋਈ ਮੈਟਰੋ ਸਿਟੀ ਨਹੀਂ ਹੈਗੀ ਇਹ, ਇਹਨੂੰ ਬੰਦ ਕਰਨ ਦੀ ਲੋੜ ਨਹੀਂ ਸੀਗੀ। ਹਾਂ ਅਵੇਅਰਨੈਸ ਕਰੋ, ਜਿਹੜੇ ਬੰਦੇ ਸਮਾਗਮ ਹੁੰਦੇ ਆ, ਜਲਸੇ ਜਲੂਸ ਹੁੰਦੇ ਆ, ਵੱਡੀਆਂ ਮੀਟਿੰਗਾਂ ਹੁੰਦੀਆਂ, ਉਹਨਾਂ ਧਿਆਨ ਰੱਖੋ। ਆਮ ਬੰਦੇ ਲਈ ਕਰੋਨਾ ਹੈਗਾ ਹੈ, MLA ਲਈ, ਵੱਡੇ ਲਈ, ਮੰਤਰੀ ਲਈ, ਉਹਨਾਂ ਲਈ ਕੋਈ ਕਰੋਨਾ ਨਹੀਂ ਹੈ। ਅਗਲੇ 100 ਬੰਦਾ ਇਕੱਠਾ ਕਰਦੇ ਆ, ਸੜਕਾਂ ਦਾ ਉਦਘਾਟਨ ਕਰਨ ਤੁਰੇ ਆ ਜੀ, ਮੈਂ ਉੱਥੇ ਕਰੋਨਾ ਹੈ ਨਹੀਂ ਜੀ, ਇਹਨਾਂ ਨੂੰ ਪੁੱਛਿਆ ਜਾਵੇ ਇਹਨਾਂ ਨੂੰ। ਬਾਕੀ ਇੱਕ ਹੋਰ ਚੀਜ਼ ਹੈਗੀ ਜੀ, ਸਾਨੂੰ ਜਿਹੜਾ ਹੈਗਾ ਆ ਸਾਡੇ ਮਾਨਯੋਗ ਮੈਡਮ DC ਮੈਡਮ ਦਾ, SSP ਸਾਹਿਬ, ਮੈਂ ਤਾਂ ਕੱਲ੍ਹ ਦੇਖਿਆ ਉਹਨਾਂ ਦਾ, ਉਹ ਵਿਚਾਰੇ ਆਪ ਵੀ ਖੜੇ ਸੀਗੇ ਰਾਤ ਸਟੇਸ਼ਨ ਚੌਂਕ, ਇਕੱਲੇ ਬੰਦੇ ਨੂੰ ਮਾਸਕ ਵੰਡ ਰਹੇ, ਬਹੁਤ ਮਤਲਬ ਵਧੀਆ ਕੰਮ ਕਰ ਰਹੇ ਹੈ। ਪਰ ਸਾਨੂੰ ਵੀ ਲੋਕਾਂ ਨੂੰ ਸਹਿਯੋਗ ਕਰਨਾ ਚਾਹੀਦਾ ਉਹਨਾਂ ਦਾ, ਕਿ ਜੇ ਉਹ ਕਰ ਰਹੇ ਆ, ਜੇ ਉਹ ਖੜੇ ਆ ਰਾਤ ਨੂੰ ਡਿਊਟੀ ਖੜੇ ਆ, ਸਾਡੇ ਵਾਸਤੇ ਖੜੇ ਆ, ਲੋਕਾਂ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਪੂਰਨ 'ਚ, ਕਿ ਜਿਹੜੀ ਇਹ ਵੱਧ ਤੋਂ ਵੱਧ ਬਿਮਾਰੀ ਇਹਨੂੰ ਕੰਟਰੋਲ ਕੀਤਾ ਜਾਵੇ। ਸੋਸ਼ਲ ਡਿਸਟੈਂਸਿੰਗ ਬਹੁਤ ਜ਼ਰੂਰੀ ਹੈ, ਔਰ ਹੱਥ ਧੋ ਕੇ ਹੀ, ਬੱਚਿਆਂ ਦੇ ਖਾਸ ਕਰ ਧਿਆਨ ਰੱਖੋ, ਹੱਥ ਧੋਣ ਕਰਨ, ਉਸ ਤੋਂ ਬਾਅਦ ਸਾਰੀ ਜਿਹੜੀ ਹੈ ਇਹ ਤੁਹਾਡੀ ਕਵਰਿੰਗ ਹੋਏਗੀ ਜੀ। ਧੰਨਵਾਦ ਜੀ। ਹੁਣ ਕੁਝ ਹੋਰ ਸ਼ਹਿਰ ਵਾਸੀਆਂ ਨਾਲ ਅਸੀਂ ਗੱਲ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਕੀ ਨਾਂ ਜੀ? ਮੇਰਾ ਨਾਮ ਗੁਰਮੀਤ ਸਿੰਘ ਹੈ ਜੀ। ਇਹ ਗੁਰਮੀਤ ਸਿੰਘ ਜੀ, ਜਿੱਦਾਂ ਤੁਹਾਨੂੰ ਪਤਾ ਵੀ ਜਿਹੜਾ ਕਰੋਨਾ ਹੁਣ ਦੁਬਾਰਾ ਹੈਵੀ ਹੋ ਗਿਆ ਆ, ਫੇ ਇਹਦਾ ਜਿਹੜਾ ਪ੍ਰਭਾਵ ਆ ਦੁਬਾਰਾ ਫੇ ਵੱਧ ਗਿਆ, ਇਹਦਾ ਕਹਿੰਦੇ ਨਵੀਂ ਕੋਈ ਕਿਸਮ ਹੁਣ ਆ ਗਈ ਆ ਫਿਰ। ਤੇ ਤੁਹਾਨੂੰ ਕੀ ਲੱਗਾ ਜਦੋਂ ਇਹਨਾਂ ਨੇ ਫੇ ਦੁਬਾਰਾ ਕਰਫਿਊ ਲਾਤਾ, ਕਹਿੰਦੇ 11 ਵਜੇ ਤੋਂ ਲੈ ਕੇ ਤਾਂ ਸਵੇਰ 5 ਵਜੇ ਤੱਕ, ਉਸ ਤੋਂ ਬਾਅਦ ਇਹਨਾਂ ਨੇ ਵਧਾ ਕੇ 9 ਤੋਂ 5 ਕਰ ਦਿੱਤਾ, ਵੀ ਕਿੱਦਾਂ ਲੱਗਾ ਤੁਹਾਨੂੰ ਇਹ ਸੁਣ ਕੇ? ਦੇਖੋ, ਇਹ ਰਾਤ ਦਾ ਜਿਹੜਾ ਕਰਫਿਊ ਆ, ਚਾਹੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਸਵੇਰ ਦੇ, ਜਾਂ ਰਾਤੀ 11 ਵਜੇ ਤੋਂ ਲੈ ਕੇ ਪਹਿਲਾਂ 5 ਵਜੇ ਤੱਕ ਸੀ। ਰਾਤ ਨੂੰ ਤਾਂ ਵੈਸੇ ਹੀ ਲੋਕੀ ਸਵਾਏ ਆਹ ਜਿਹੜੀਆਂ ਢਾਬਿਆਂ ਤੋਂ ਬਗੈਰ ਬਾਕੀ ਤਾਂ ਸਾਰੇ ਆਪਣੇ ਆਪਣੇ ਘਰਾਂ 'ਚ ਹੀ ਹੁੰਦੇ ਆ। ਇਹ ਖਾਣ ਪੀਣ ਵਾਲੇ ਤਾਂ ਜ਼ਰੂਰ ਸੜਕਾਂ 'ਤੇ ਆ ਜਾਂਦੇ। ਵੈਸੇ ਤਾਂ ਉਸ ਗੱਲ ਦਾ ਵੈਸੇ
ਲੋਕਾਂ ਦੀ ਤਾਂ ਫਾਇਦੇ ਦੀ ਗੱਲ ਆ, ਇਹਦੇ 'ਚ ਕੋਈ ਨੁਕਸਾਨ ਨਹੀਂ। ਜੇ ਅਸੀਂ ਅੱਜ ਮਾਸਕ ਲਾਉਂਦੇ ਆ ਤਾਂ ਸਾਡੇ ਫਾਇਦੇ ਲਈ ਆ, ਜੇ ਨਹੀਂ ਲਾਉਂਦੇ ਤਾਂ ਸਾਡੇ ਨੁਕਸਾਨ ਆ। ਪਰ ਸਰਕਾਰ ਨੂੰ ਰਾਤ ਦਾ ਜਿਹੜਾ ਇਹ ਇੰਨੀ ਸਖਤੀ ਵੀ ਆ, ਕੋਈ ਦਿਨ ਦੀ ਨਹੀਂ, ਤੇ ਉਹ ਵੀ ਕੋਈ ਐਡੀ ਕੋਈ ਗੱਲ ਨਹੀਂ ਬਣਦੀ। ਜਾਂ ਤਾਂ ਵੀ ਦਿਨ ਵੇਲੇ ਵੀ ਕੁਛ ਉਹਦੇ ਵਿੱਚ ਇੰਪਰੂਵ ਕੀਤਾ ਜਾਵੇ। ਰਾਤ ਦਾ ਕੋਈ ਜਿੱਦਾਂ 9 ਤੋਂ 11 ਦਾ 9 ਤੋਂ ਸਵੇਰੇ 5 ਵਜੇ ਤੱਕ ਤਾਂ ਲੋਕੀ ਵੈਸੇ ਹੀ ਆਪਣੇ ਆਪਣੇ ਘਰਾਂ 'ਚ ਹੀ ਹੁੰਦੇ ਆ। ਇਹ ਆ ਜਿਹੜਾ ਇਹਦਾ ਕੋਈ ਮਾਰਕੀਟ ਨੂੰ ਵੀ ਫਰਕ ਪਿਆ ਫੇਰ ਦੁਬਾਰਾ ਤੋਂ? ਇੱਦਾਂ ਆ, ਜਦੋਂ ਮਾਰਕੀਟ 'ਚ ਕਰੋਨਾ ਬਾਰੇ ਰੌਲਾ ਪੈ ਜਾਂਦਾ ਨਾ ਟੀਵੀ ਮੀਡੀਆ ਚੈਨਲਾਂ ਤੇ ਉਹਦਾ ਬੈਡ ਇਫੈਕਟ ਤਾਂ ਮਾਰਕੀਟ 'ਚ ਪੈਂਦਾ ਹੀ ਹੈ। ਲੋਕੀ ਜਿਹੜੇ ਮਾਰਕੀਟ 'ਚ ਕੋਈ ਸ਼ਾਪਿੰਗ ਕਰਨ ਲਈ ਕੋਈ ਬਹੁਤ ਜ਼ਰੂਰੀ ਹੋ ਗਈ ਤਾਂ ਹੀ ਆਊਗਾ, ਨਹੀਂ ਤਾਂ ਵਰਨਾ ਤਾਂ ਉਹਨੇ ਆਉਣਾ ਹੀ ਨਹੀਂ। ਕਿਉਂਕਿ ਉਹਨੂੰ ਇਹ ਡਰ ਹੁੰਦਾ ਹੈ ਕਿ ਅਸੀਂ ਕਿਤੇ ਬਾਹਰੋਂ ਕੋਈ ਚੀਜ਼ ਘਰ ਦੀ ਕੀ ਲਿਆਣੀ, ਕਿਤੇ ਕਰੋਨਾ ਹੀ ਨਾ ਘਰ ਲੈ ਕੇ ਆ ਜਾਈਏ। ਉਹਦਾ ਅਸਰ ਤਾਂ ਪੈਂਦਾ ਹੀ ਹੈ ਮਾਰਕੀਟ। ਹੁਣ 3-4 ਦਿਨ ਦਾ ਜ਼ਿਆਦਾ ਇਹ ਰੌਲਾ ਆ ਕਰੋਨਾ ਦਾ, ਤੇ ਉਹਦੇ ਨਾਲ ਮਾਰਕੀਟ 'ਚ ਬਹੁਤ ਘੱਟ ਲੋਕਾਂ ਦੀ ਦੇਖ ਨਜ਼ਰ ਆਉਂਦੀ ਹੈ। ਜੇ ਗੱਲ ਆਪਾਂ ਕਰੀਏ ਜਿਹੜੇ ਰੈਗੂਲਰ ਤੁਹਾਡੇ ਕੋਲ ਕਸਟਮਰ ਆ ਰਹੇ ਉਹ ਮਾਸਕ ਪਾ ਕੇ ਆ ਰਹੇ ਆ? ਮਾਸਕ ਪਾ ਕੇ ਆ ਰਹੇ ਆ। ਜਿੱਦਾਂ ਹੁਣ ਸਰਕਾਰ ਜਾਂ ਟ੍ਰੈਫਿਕ ਵਾਲੇ ਕਹੀ ਜਾਂਦੇ ਆ ਜੀ ਕਿ ਜਿਹੜਾ ਤੁਹਾਡੇ ਕੋਲ ਮਾਸਕ ਨਹੀਂ ਪਾ ਕੇ ਆਂਦਾ ਤੇ ਉਹਨੂੰ ਮਾਸਕ ਦਿਓ। ਅੱਜ ਅਸੀਂ ਕਿਸੇ ਕਸਟਮਰ ਨੂੰ ਕਹਿ ਦਿੰਦੇ ਆ ਕਿ ਵੀ ਮਾਸਕ ਨਹੀਂ ਪਾਇਆ ਤੂੰ, ਤੇ ਮਾਸਕ ਪਾ ਕੇ ਆ ਜਾਂ ਮਾਸਕ ਲਾਓ ਤੁਸੀਂ ਲਗਾਓ, ਤਾਂ ਕਈ ਵਾਰੀ ਸਾਨੂੰ ਛੱਡ ਕੇ ਤੇ ਟੁਰ ਜਾਂਦਾ ਕਿ ਸਾਨੂੰ ਸਲਾਹ ਮਸ਼ਵਰਾ ਦੇਣ ਲੱਗ ਪਏ ਆ। ਜਦ ਕਿ ਇਹ ਚਾਹੀਦਾ ਜੇ ਟ੍ਰੈਫਿਕ ਵਾਲੇ ਇਹ ਗੱਲ ਕਹਿੰਦੇ ਆ ਕਿ ਮਾਸਕ ਪਾਓ, ਕਿ ਜਿਹੜਾ ਕਸਟਮਰ ਤੁਹਾਡੇ ਕੋਲ ਨਹੀਂ ਆਉਂਦਾ ਜਾਂ ਜਿਹਦਾ ਤੁਸੀਂ ਚਲਾਨ ਕੱਟਦੇ ਆ 1000 ਜਾਂ 2000 ਦਾ ਜਾਂ 500 ਦਾ, ਮਾਸਕ ਦੇਣਾ ਉਹਨਾਂ ਦਾ ਫਰਜ਼ ਹੈ, ਨਾ ਕਿ ਦੁਕਾਨਦਾਰ ਦਾ। ਦੁਕਾਨਦਾਰ ਕਿੰਨੇ ਕੁ ਮਾਸਕ ਦਾ ਲੋਕਾਂ ਨੂੰ ਵੰਡੂਗਾ ਜੀ? ਪਹਿਲਾਂ ਤਾਂ ਦੁਕਾਨਦਾਰ ਕਸਟਮਰ ਨੂੰ ਇਹ ਗੱਲ ਕਹਿ ਹੀ ਨਹੀਂ ਸਕਦਾ ਕਿ ਤੁਸੀਂ ਭੈਣ ਜੀ ਮਾਸਕ ਲਾਓ। ਉਹ ਕਈ ਵਾਰੀ ਗਾਹ ਕਿੱਦਾਂ ਦਾ ਹੁੰਦਾ, ਫੀਲ ਕਰਦਾ, ਉੱਠ ਕੇ ਟੁਰ ਪੈਂਦਾ। ਤੇ ਕੀ ਤੁਸੀਂ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਕੀ ਸੁਝਾਅ ਦਿਓਗੇ? ਸੁਝਾਅ ਤਾਂ ਸਰਕਾਰਾਂ ਨੂੰ ਕੀ ਦੇਣਾ, ਸਰਕਾਰਾਂ ਦੀਆਂ ਤਾਂ ਮਰਜ਼ੀਆਂ ਤਾਂ ਆਪਣੀਆਂ ਹੀ ਚੱਲਦੀਆਂ, ਪਰ ਲੋਕਾਂ ਦੇ ਵਿੱਚ ਵੀ ਇਸ ਚੀਜ਼ ਦੀ ਦਹਿਸ਼ਤ, ਜਿੱਦਾਂ ਕੇਸ ਆ ਰਹੇ ਆ, ਵੈਸੇ ਮਾੜੀ ਗੱਲ ਆ। ਜੇ ਅਸੀਂ ਅੱਗੇ ਖੁੱਲ੍ਹ ਕਰ ਲਈ ਆ, ਸਕੂਲ ਖੋਲ੍ਹ ਲਏ, ਮਾਲ ਖੋਲ੍ਹ ਲਏ, ਸਿਨੇਮਾ ਘਰ ਖੋਲ੍ਹ ਲਏ, ਜਿਮ ਖੋਲ੍ਹ ਲਏ, ਤੇ ਉਹਦਾ ਫਿਰ ਅਸਰ ਫਰਕ ਤਾਂ ਪੈਂਦਾ ਹੀ ਆ। ਲੋਕਾਂ 'ਚ ਡਰ ਪੈ ਗਿਆ, ਮੁੜ ਕੇ ਸ਼ੁਰੂ ਹੋ ਗਿਆ। ਜਦ ਕਿ ਸਕੂਲ ਕਾਲਜ ਵੈਸੇ ਸਾਲ ਭਰ ਤਕਰੀਬਨ 10 ਮਹੀਨੇ ਬੰਦ ਰਹੇ। ਸਕੂਲ ਤਾਂ ਹੁਣ ਫੇਰ ਦੁਬਾਰਾ 31 ਤੱਕ ਤਾਂ ਲਗਭਗ ਇਹਨਾਂ ਨੇ ਬੰਦ ਕਰ ਦਿੱਤੇ ਆ, ਪਰ ਜਿਹੜੇ ਜੇ ਦੇਖਿਆ ਜਾਵੇ ਸਿਨੇਮਾ ਹਾਲ ਆ ਤਾਂ ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਤੁਸੀਂ 50% ਜਿਹੜੀ ਗੈਦਰਿੰਗ ਕਰ ਸਕਦੇ ਆ। ਹਾਂ 50% ਗੈਦਰਿੰਗ, ਤੇ ਉਹਦਾ ਕੀ ਫਰਕ? ਉਹ ਤਾਂ 50 ਕਰਤੀ, ਸਕੂਲ ਬੰਦ ਕਰਤੇ, ਉਹ ਕੋਈ ਗੱਲ ਬਣਦੀ ਹੀ ਨਹੀਂ। ਜਦ ਕਿ ਦੋਨੇ ਚੀਜ਼ਾਂ ਬੰਦ, ਜੇ ਸਕੂਲ ਬੰਦ ਆ ਤਾਂ ਉਹ ਵੀ ਬੰਦ ਹੋਣੇ ਚਾਹੀਦੇ। ਜੇ ਸਕੂਲ ਬੰਦ ਆ ਤਾਂ ਮਾਲ ਬੰਦ ਕਰਤੇ ਜਾਂ ਰੈਸਟੋਰੈਂਟਾਂ ਰਾਤ 9 ਵਜੇ ਦੇ ਦਿੱਤਾ, ਫਿਰ ਸਿਨੇਮਾ ਘਰ ਵੀ ਕਾਹਦੇ 50% ਹੋਏ, ਉਹ ਵੀ ਬੰਦ ਹੋਣੇ ਚਾਹੀਦੇ। ਆਪਾਂ ਗੱਲ ਕਰੀਏ ਵਪਾਰੀ ਲਾਈਨ ਤੇ ਇਹਦਾ ਕੀ ਅਸਰ ਪਿਆ? ਵਪਾਰਿਕ ਲਾਈਨ ਤੇ ਤਾਂ ਇਹਦਾ ਬੜਾ ਤਗੜਾ ਬੈਡ ਇਫੈਕਟ ਪੈਂਦਾ। ਇਹ ਤਾਂ ਵਪਾਰੀ ਦੁਕਾਨਦਾਰਾਂ ਨੂੰ ਪਤਾ, ਜਿਹੜੇ ਸਾਰੀ ਦਿਹਾੜੀ ਸਵੇਰੇ 9 ਵਜੇ ਤੋਂ ਆ ਕੇ ਰਾਤ ਦੇ 7, 7:30, 8 ਵਜੇ ਤੱਕ ਦੁਕਾਨਾਂ ਖੋਲ੍ਹ ਕੇ ਬੈਠਦੇ। ਗਾਹਕ ਤਾਂ ਆਉਂਦੇ ਸਾਰੇ ਗਿਣਤੀ ਮਿੰਤੀ ਦਿਹਾੜੀ 'ਚ 4 ਜਾਂ 5, ਉਹਨਾਂ 'ਚੋਂ ਵੀ 1-2 ਲਿਜਾਂਦੇ ਆ, 2-3 ਉੱਦਾਂ ਟੁਰ ਜਾਂਦੇ ਆ। ਇਹਦਾ ਫਰਕ ਤਾਂ ਜਦੋਂ ਇਹ ਰੌਲਾ ਕਰੋਨਾ ਦਾ ਪੈਂਦਾ ਤੇ ਦੁਕਾਨਦਾਰ ਤੇ ਸਾਰਿਆਂ ਨਾਲੋਂ ਜ਼ਿਆਦਾ ਮਾਰ ਪੈਂਦੀ ਹੈ ਇਸ ਗੱਲ ਦੀ, ਵਪਾਰੀ ਨੂੰ। ਵਪਾਰੀ ਨੂੰ ਕਸਟਮਰ ਹੀ ਨਹੀਂ ਬਾਹਰੋਂ ਆਉਣਾ, ਪਿੰਡਾਂ 'ਚੋਂ ਨਹੀਂ ਆਉਣਾ। ਇੱਕ ਤਾਂ ਪਿੰਡਾਂ 'ਚ ਵੈਸੇ ਹੀ ਕਸਟਮਰ ਜਦੋਂ ਦਾ ਆਹ ਦਿੱਲੀ ਦਾ ਸੰਘਰਸ਼ ਕਿਸਾਨਾਂ ਦਾ ਚੱਲਿਆ ਤਾਂ ਉਦੋਂ ਦਾ ਪੱਠਾ ਬੈਠਾ ਦਾ ਮਾਰਕੀਟ ਰਹਿੰਦਾ ਖੁੰਦਾ, ਹੁਣ ਕਰੋਨਾ ਨੇ ਬਿਠਾ ਦਿੱਤਾ। ਜੇ ਆਪਾਂ ਕਿਸਾਨੀ ਸੰਘਰਸ਼ ਦੀ ਗੱਲ ਕਰੀਏ ਤਾਂ ਉੱਥੇ ਲਗਭਗ 3-4 ਮਹੀਨੇ ਤੋਂ ਕਿਸਾਨ ਬੈਠੇ ਆ, ਦਿੱਲੀ ਲੱਖਾਂ ਦੀ ਗਿਣਤੀ ਵਿੱਚ ਬੈਠੇ ਆ, ਤੇ ਉੱਥੇ ਕੋਈ ਕਰੋਨਾ ਦਾ ਰੌਲਾ ਹੈ ਨਹੀਂ। ਪਰ ਜੇ ਆਪਣੇ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਤਾਂ ਬਾਕੀ ਜਗ੍ਹਾ ਦੀ ਗੱਲ ਕੀਤੀ ਜਾਵੇ ਤੇ ਉੱਥੇ ਕਰੋਨਾ ਆਉਂਦਾ। ਇਹ ਸੁਣ ਕੇ ਤੁਹਾਨੂੰ ਕੀ ਇਹ 'ਚ ਮਹਿਸੂਸ ਹੁੰਦਾ? ਫਿਰ ਦੇਖੋ, ਇਹ ਤਾਂ ਇਹਨਾਂ ਰਾਜਨੀਤਿਕ ਪਾਰਟੀਆਂ ਦੀ ਕੋਈ ਆਪਣੀ ਹੋਊਗੀ ਚਾਲ, ਕਿ ਜਦੋਂ ਕੋਈ ਵੀ, ਜਿੱਦਾਂ ਹੁਣ ਤੁਸੀਂ ਕਹਿ ਲਓ ਅੱਜ ਪਹਿਲਾਂ ਪਿਛਲੇ ਮਹੀਨੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਏ ਆ, ਤੇ ਉਦੋਂ ਕੋਈ ਕਰੋਨਾ ਨਹੀਂ ਸੀ। ਹੁਣ ਮੇਲੇ ਸ਼ੁਰੂ ਹੋਣੇ ਆ, ਹੋਲੇ ਮਹੱਲੇ ਦਾ, ਡੇਰਾ ਬਾਬਾ ਵਡਭਾਗ ਸਿੰਘ ਦਾ ਮੇਲਾ ਸ਼ੁਰੂ ਹੋਣਾ, ਤੇ ਹੁਣ ਇਹ ਕਰੋਨਾ ਆ ਗਿਆ ਜੀ। ਉਹ 'ਚ ਕਹੀ ਜਾਂਦੇ ਜੀ 72 ਘੰਟੇ ਪਹਿਲਾਂ ਦੀ ਟੈਸਟਿੰਗ ਹੋਊ, ਤੇ 72 ਘੰਟੇ ਕਿੰਨੇ ਕੁ ਬੰਦੇ ਟੈਸਟਿੰਗ ਕਰਾ ਕੇ ਮੇਲਿਆਂ 'ਤੇ ਜਾਊਗੀ ਜੀ? ਲੋਕੀ ਕਹਿੰਦੇ ਛੱਡ ਪਰਾਂ, ਇਹਨਾਂ ਨਾਲ ਜਾਣਾ ਹੀ ਕਾਹਦੇ ਵਾਸਤੇ? ਮਤਲਬ ਪਤਾ ਨਹੀਂ ਸਰਕਾਰਾਂ ਦੀ ਕੀ ਗੱਲ ਆ, ਕੀ ਬਾਤ ਆ, ਕਿ ਜਦੋਂ ਕੋਈ ਤਿਉਹਾਰ ਆਉਂਦੇ ਆ ਤੇ ਇਹ ਕੰਮ ਸ਼ੁਰੂ ਕਰ ਦਿੰਦੇ। ਹੁਣ ਸਿੱਖਾਂ ਦੇ ਧਾਰਮਿਕ ਸਥਾਨਾਂ 'ਤੇ ਜਿਹੜੀ ਇਹ ਹੋਲਾ ਮਹੱਲਾ ਇੱਕ ਬਹੁਤ ਮਹੱਤਤਾ ਰੱਖਦਾ, ਵਿਸਾਖੀ ਦਾ ਤਿਉਹਾਰ ਹੈ, ਅੱਗੋਂ ਆਉਣਾ, ਤੇ ਹੋਲੇ ਮਹੱਲੇ 'ਤੇ ਲੋਕਾਂ ਨੂੰ ਬੰਦ ਕਰਤਾ ਜਾਣਾ। ਪੋਲੀਟੀਕਲ ਪਾਰਟੀਆਂ ਦੀਆਂ ਜਿੰਨੀਆਂ ਰੈਲੀਆਂ ਹੁੰਦੀਆਂ ਉੱਥੇ ਵੀ ਕਰੋਨਾ ਛੁੱਟੀ ਤੇ ਚੱਲ ਜਾਂਦਾ। ਉੱਥੇ ਕਰੋਨਾ ਛੁੱਟੀ 'ਤੇ ਜਾਣਾ ਹੈ, ਕਿਉਂਕਿ ਪੋਲੀਟੀਕਲ ਪਾਰਟੀਆਂ ਆ। ਇੱਥੇ ਸਾਡੀਆਂ ਪਰਸਨਲ ਧਾਰਮਿਕ ਜਜ਼ਬਾਤਾਂ ਨਾਲ ਇਹ ਜਿਹੜੇ ਲੋਕ ਆ, ਰਾਜਨੀਤਿਕ ਸਿਆਸੀ ਲੋਕ, ਇਹ ਖਿਲਵਾੜ ਕਰਦੇ ਆ। ਇਹਨਾਂ ਦੀਆਂ ਆਪਣੀਆਂ ਰੈਲੀਆਂ 'ਚ ਕੋਈ ਕਰੋਨਾ ਨਹੀਂ। ਜਦੋਂ ਤੁਹਾਡਾ ਕੋਈ ਧਾਰਮਿਕ ਫੰਕਸ਼ਨ ਆਉਣਾ, ਤੁਹਾਡੇ ਕੋਈ ਗੁਰੂਆਂ ਦੀਆਂ ਆਣੀਆਂ ਇਤਿਹਾਸਕ ਹੋਲੇ ਮਹੱਲੇ ਜਾਂ ਵਿਸਾਖੀ ਦਾ ਤਿਉਹਾਰ ਲਓ, ਉਦੋਂ ਕਰੋਨਾ ਸ਼ੁਰੂ ਹੋ ਜਾਂਦਾ।
ਤੇ ਲੋਕਾਂ ਨੂੰ ਇਕੱਠੇ ਨਾ ਹੋਣ। ਇਕੱਠੇ ਕੀ ਮਤਲਬ ਇਹਨਾਂ ਦੇ ਫੰਕਸ਼ਨਾਂ 'ਚ ਕੋਈ ਜੋ ਮਰਜ਼ੀ ਕਰੀ ਜਾਣ ਜਾਇਜ਼ ਆ। ਸਰਕਾਰਾਂ ਜੋ ਮਰਜ਼ੀ ਕਰਨ ਜਾਇਜ਼ ਆ, ਲੋਕੀ ਨਾ ਕੁਝ ਵੀ ਕਰਨ। ਕ੍ਰਿਕਟ ਮੈਚ ਹੁੰਦਾ ਗਰਾਊਂਡ 'ਚ ਵੱਡੀ 'ਚ, ਉੱਥੇ ਲੀਡਰ ਦੇ ਆਪਣੇ ਪੁੱਤ ਬੈਠੇ ਹੁੰਦੇ ਆ ਜਾਂ ਕਹਿ ਲਓ ਮੁੰਡਾ ਉਹਦਾ ਬੈਠਾ ਹੁੰਦਾ, ਉੱਥੇ ਕਰੋਨਾ ਹੈ ਨਹੀਂ। ਜਿਹੜੀਆਂ ਹੋਰ ਇਹਨਾਂ ਦੀਆਂ ਰੈਲੀਆਂ ਹੁੰਦੀਆਂ ਉੱਥੇ ਵੀ ਕਰੋਨਾ ਹੈ ਨਹੀਂ। ਕੈਪਟਨ ਸਾਹਿਬ ਦੀ ਪੋਤੀ ਦਾ ਵਿਆਹ ਆ, ਉੱਥੇ ਵੀ ਕਰੋਨਾ ਹੈ ਨਹੀਂ। ਤੇ ਲੋਕਾਂ ਨੂੰ ਕੀ ਚਾਹੀਦਾ ਫਿਰ? ਇਹ ਸਾਰਾ ਕੁਝ ਦੇਖਦੇ ਹੋਏ ਲੋਕਾਂ ਨੂੰ ਡਰਨਾ ਚਾਹੀਦਾ ਕਰੋਨਾ ਤੋਂ। ਚਲੋ ਬਚਾਅ ਤਾਂ ਕਰਨਾ ਹੀ ਆ, ਵੀ ਕੀ ਲੋਕਾਂ ਨੂੰ ਕੀ ਕਰਨਾ ਚਾਹੀਦਾ ਅੱਗੇ ਹੁਣ? ਲੋਕਾਂ ਨੇ ਕੀ ਕਰ ਲੈਣਾ ਹੈ? ਜੋ ਇਹਨਾਂ ਨੇ ਕਹਿਣਾ ਹੈ ਲੋਕਾਂ ਨੂੰ ਉਹ ਮੰਨਣਾ ਪੈਣਾ। ਨਾ ਮੰਨੂਗੇ ਤਾਂ ਤੁਹਾਨੂੰ ਪਰਚਾ ਹੀ ਹੈ, ਪਰਚੇ ਦਰਜ ਕਰ ਦਿਓ, ਇਹਨਾਂ ਦੇ ਚਲਾਨ ਕਰ ਦਿਓ। ਲੋਕ ਤਾਂ ਦੋਨੇ ਪਾਸੇ ਫਸਦੇ ਆ। ਜੇ ਕਹਿਣਾ ਨਹੀਂ ਮੰਨਦੇ ਤਾਂ ਵੀ ਮਰਦੇ ਆ, ਜੇ ਮੰਨਦੇ ਆ ਤਾਂ ਉੱਦਾਂ ਵਿਚਾਰੇ ਆਪ ਦੁਖੀ ਹੁੰਦੇ ਆ, ਕਿਉਂਕਿ ਮਜਬੂਰੀਆਂ ਹੁੰਦੀਆਂ। ਸਰਕਾਰਾਂ ਨਾਲ ਅਕਸਰ ਲੋਕਾਂ ਨੂੰ ਚੱਲਣਾ ਹੀ ਪੈਂਦਾ, ਪਰ ਕਈ ਮਜਬੂਰੀਆਂ ਵੀ ਹੁੰਦੀਆਂ, ਮਜਬੂਰੀ ਕਰਕੇ ਉਹਨਾਂ ਨੂੰ ਚੱਲਣਾ ਪੈਂਦਾ ਇਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸ਼ੁਭ ਨਾਮ ਜੀ ਆਪਣਾ? ਮੇਰਾ ਨਾਮ ਜੀ ਰਾਜੇਸ਼ ਸਿੰਘ ਜਸਵਾਲ। ਇਹ ਜਸਵਾਲ ਜੀ, ਜੇ ਗੱਲ ਕਰੀਏ ਵੀ ਜਿਹੜਾ ਕਰੋਨਾ ਆ ਇਸ ਟਾਈਮ ਫੇਰ ਦੁਬਾਰਾ ਵੱਧ ਗਿਆ ਆ, ਇਹਦੀ ਜਿਹੜੀ ਮਹਾਮਾਰੀ ਹੈਗੀ ਆ ਉਹ ਕਾਫੀ ਲੋਕਾਂ 'ਚ ਇੱਕ ਡਰ ਵੀ ਆ ਤੇ ਇੱਕ ਲੋਕ ਇਹਤਿਆਤ ਦੇ ਤੌਰ ਤੇ ਆਪਣਾ ਕਰੀ ਤੇ ਜਾਂਦੇ ਜੋ ਕੁਝ ਵੀ ਕਰਨਾ। ਤੇ ਸਰਕਾਰ ਵੀ ਸਖਤ ਕਦਮ ਚੁੱਕ ਰਹੀ ਆ ਤੇ ਹੁਣ ਪ੍ਰਸ਼ਾਸਨ ਨੇ ਇੱਕ ਸਖਤ ਕਦਮ ਚੱਕਿਆ ਦੁਬਾਰਾ ਵੀ ਜਿਹੜਾ ਇਹ ਰਾਤ ਦਾ ਜਿਹੜਾ ਕਰਫਿਊ ਲਗਾ ਦਿੱਤਾ ਗਿਆ ਆ। ਹਾਂਜੀ। ਇਹ ਜਿਹੜਾ ਰਾਤ ਨੂੰ 9 ਵਜੇ ਤੋਂ ਲੈ ਕੇ ਆ ਇਹਦਾ ਟਾਈਮ ਵਧਾ ਕੇ ਹੁਣ ਜਾਣੀ ਕਿ 5 ਵਜੇ ਤੱਕ ਕਰ ਦਿੱਤਾ ਆ ਕਰਫਿਊ ਦਾ। ਕੀ ਕਹਿੰਦੇ ਤੁਸੀਂ ਇਹਦੇ ਬਾਰੇ? ਸਰ, ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਨੂੰ ਆਮ ਲੋਕਾਂ ਨੂੰ ਇਸ ਬਿਮਾਰੀ ਦੇ ਪ੍ਰਤੀ ਜਾਗਰੂਕ ਸਰਕਾਰ ਨੂੰ ਕਰਨਾ ਚਾਹੀਦਾ। ਵੱਧ ਤੋਂ ਵੱਧ ਡਰਾਉਣਾ ਨਹੀਂ ਚਾਹੀਦਾ। ਜਾਗਰੂਕ ਕਰੋ, ਡਰਾਉਣਾ ਨਹੀਂ ਚਾਹੀਦਾ। ਦੂਜੀ ਗੱਲ, ਜਿਹੜਾ ਰਾਤ ਦਾ ਕਰਫਿਊ ਤੁਸੀਂ ਪੁੱਛਿਆ ਹੈਗਾ ਕਿ ਉਹਦੀ ਟਾਈਮਿੰਗ ਵਧਾ ਦਿੱਤੀ ਆ, ਤੇ ਟਾਈਮਿੰਗ ਰਾਤ ਨੂੰ ਤੁਸੀਂ ਜਿਹੜੀ ਵਧਾਤੀ ਆ, ਰਾਤ ਨੂੰ ਤਾਂ ਲੋਕੀ ਆਪਣੇ ਘਰਾਂ ਦੇ ਵਿੱਚ ਸੁੱਤੇ ਪਏ ਆ। ਤੇ ਜਿੱਲੇ ਇਹਨਾਂ ਦੀਆਂ ਰੈਲੀਆਂ ਹੁੰਦੀਆਂ, ਪਿੱਛੇ ਕੈਪਟਨ ਸਾਹਿਬ ਦੀ ਮੈਰਿਜ ਸੀਗੀ ਉਹਨਾਂ ਦੇ ਘਰ ਦੇ ਵਿੱਚ, ਉਦੋਂ ਕਰੋਨਾ ਨਹੀਂ ਸੀਗਾ। ਅੱਜ ਬੰਗਾਲ ਦੇ ਵਿੱਚ ਮੋਦੀ ਸਾਹਿਬ ਰੈਲੀਆਂ ਵੱਡੀਆਂ ਵੱਡੀਆਂ ਕਰ ਰਹੇ ਆ, ਉੱਥੇ ਕਰੋਨਾ ਨਹੀਂ ਹੈਗਾ। ਤੇ 5 ਸਟੇਟਾਂ ਦੀ ਇਲੈਕਸ਼ਨ ਹੋ ਰਹੀ ਆ, ਜਦੋਂ ਇਲੈਕਸ਼ਨ ਵਿੱਚ ਕਰੋਨਾ ਨਹੀਂ ਹੈਗਾ ਤੇ ਉਦੋਂ ਕਰੋਨਾ ਨਹੀਂ ਹੋ ਰਿਹਾ। ਸਰਕਾਰ ਨੂੰ ਇਹ ਵੀ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਹੈਗਾ। ਪਰ ਮੈਂ ਇਹ ਕਹੂੰਗਾ ਕਿ ਸਰਕਾਰ ਨੂੰ ਲੋਕਾਂ ਨੂੰ ਡਰਾਉਣਾ ਨਹੀਂ, ਜਾਗਰੂਕ ਕਰਨਾ ਚਾਹੀਦਾ ਆ। ਤੇ ਵੱਧ ਤੋਂ ਵੱਧ ਜਿਹੜਾ ਜਿੰਨਾ ਵੀ ਇਹਦਾ ਇਲਾਜ ਦਾ ਟ੍ਰੀਟਮੈਂਟ ਜਿਹੜਾ ਹੋ ਸਕਦਾ ਆ, ਉਹ ਐਜ਼ ਇਟ ਪੋਸੀਬਲ ਲੋਕਾਂ ਨੂੰ ਦੇਣਾ ਚਾਹੀਦਾ ਹੈਗਾ ਆ। ਤੇ ਜਿੱਥੇ ਤੱਕ ਲੋਕਾਂ ਲਈ ਗੱਲ ਹੈਗੀ ਮੇਰੀ, ਮੈਂ ਤਾਂ ਸਾਰਿਆਂ ਨੂੰ ਇਹ ਅਪੀਲ ਕਰੂੰਗਾ ਕਿ ਆਪਾਂ ਵੱਧ ਤੋਂ ਵੱਧ ਦੇਸੀ ਜਿਹੜੇ ਨੁਸਖੇ ਹੈਗੇ ਆ, ਦੇਸੀ ਚੀਜ਼ਾਂ ਹੈਗੀਆਂ, ਉਹਨਾਂ ਨੂੰ ਖਾ ਕੇ ਆਪਾਂ ਇਹ ਤੋਂ ਬਚਿਆ ਜਾ ਸਕਦਾ ਹੈਗਾ। ਤੇ ਜਿੱਥੇ ਐਲੋਪੈਥੀ ਲੋੜ ਪੈਂਦੀ ਉੱਥੇ ਆਪਾਂ ਐਲੋਪੈਥੀ ਦਾ ਪ੍ਰਯੋਗ ਵੀ ਕਰੀਏ। ਤੇ ਵੱਧ ਤੋਂ ਬਚਾਓ ਵਿੱਚ ਹੀ ਬਚਾਓ। ਵੈਸੇ ਤਾਂ ਪਰਮਾਤਮਾ ਨੇ ਉਹਦੇ ਅੱਗੇ ਜ਼ੋਰ ਤਾਂ ਕਿਸੇ ਦਾ ਨਹੀਂ ਹੈਗਾ, ਪਰ ਮੈਂ ਇਹ ਕਹੂੰਗਾ ਫਿਰ ਵੀ ਜੇ ਬਿਮਾਰੀ ਹੈਗੀ ਆ ਇਹੋ, ਤੇ ਆਪਾਂ ਨੂੰ ਉਹਦੇ ਬਚਾਓ ਲਈ ਜੋ ਵੀ ਆਪਾਂ ਕਰ ਸਕਦੇ ਹਾਂ, ਸਾਰੇ ਲੋਕਾਂ ਨੂੰ ਆਪਾਂ ਘਰ ਤੋਂ ਘਰ ਜਾ ਕੇ ਆਪਣੇ ਮੈਂਬਰਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਯਾਰਾਂ ਦੋਸਤਾਂ ਨੂੰ, ਸਾਰਿਆਂ ਨੂੰ ਕਹੀਏ ਕਿ ਆਪਾਂ ਵੱਧ ਤੋਂ ਵੱਧ ਮਾਸਕ ਲਾ ਕੇ ਰੱਖੀਏ ਤੇ ਆਪਣੇ ਸੈਨੀਟਾਈਜ਼ਰ ਯੂਜ਼ ਹੱਥ ਸਾਬਣ ਨਾਲ ਵੀ ਆਪਾਂ ਧੋ ਸਕਦੇ। ਜਿਹੜਾ ਸੈਨੀਟਾਈਜ਼ਰ ਨਹੀਂ ਲੈ ਸਕਦਾ, ਵੈਸੇ ਤਾਂ ਮੈਂ ਕਹੂੰਗਾ ਕਿ ਸਰਕਾਰ ਨੂੰ ਇਹ ਸੈਨੀਟਾਈਜ਼ਰ ਵਗੈਰਾ ਜਿਹੜੇ ਹੈਗੇ ਆ, ਮਾਸਕ ਹੈਗੇ ਆ, ਫ੍ਰੀ ਪ੍ਰੋਵਾਈਡ ਲੋਕਾਂ ਨੂੰ ਕਰਵਾਉਣੇ ਚਾਹੀਦੇ ਆ। ਸਰਕਾਰਾਂ ਇਸੇ ਕੰਮ ਲਈ ਬਣਾਈਆਂ ਜਾਂਦੀਆਂ ਕਿ ਜਦੋਂ ਵਿਪਤਾ ਪੈ ਜਾਵੇ ਜਾਂ ਵਿਪਤਾ ਦੀ ਘੜੀ ਆ ਜਾਵੇ ਤੇ ਉਦੋਂ ਵੱਧ ਤੋਂ ਵੱਧ ਆਪਣੀ ਪਬਲਿਕ ਨੂੰ ਧਿਆਨ ਵਿੱਚ ਰੱਖਦੇ ਆ। ਉਹਨਾਂ ਲਈ ਜਿਹੜੀਆਂ ਜ਼ਰੂਰੀ ਚੀਜ਼ਾਂ ਹੈਗੀਆਂ ਆ, ਉਹ ਪੈਸਿਆਂ ਦੇ ਮਾਰਕੀਟ ਵਿੱਚ ਪੈਸਿਆਂ ਨਾਲ ਮਿਲਦੀਆਂ। ਕਈ ਬੰਦੇ ਪੈਸੇ ਨਾਲ ਲੈ ਸਕਦੇ, ਕਈ ਨਹੀਂ ਲੈ ਸਕਦੇ, ਕੋਈ ਨਹੀਂ ਲੈ ਸਕਦੇ। ਸਰਕਾਰ ਨੂੰ ਇਹ ਫ੍ਰੀ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਹੈਗੀਆਂ। ਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਾਂਗਾ ਕਿ ਪਿੱਛੇ ਜੇ ਮੈਂ ਕੱਲ੍ਹ ਵੀ ਗਿਆ ਸੀਗਾ ਤਾਂ ਵੀਡੀਓ ਵੀ ਦੇਖਣ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਆ, ਬਹੁਤ ਭਾਰੀ ਚਲਾਨ ਕੱਟੇ ਜਾ ਰਹੇ ਆ। ਤੇ ਮੈਂ ਤਾਂ ਇਹ ਕਹਾਂਗਾ ਕਿ ਜਿਹੜੇ ਬੰਦਾ ਆਪਣੀ ਪ੍ਰਾਈਵੇਟ ਗੱਡੀ ਵਿੱਚ ਜਾ ਰਿਹਾ ਹੈਗਾ, ਆਪਣੇ ਫੈਮਿਲੀ ਮੈਂਬਰ ਲੈ ਕੇ ਜਾ ਰਿਹਾ ਨਾਲ, ਤੇ ਉਹਨਾਂ ਦੇ ਵੀ ਤੁਸੀਂ ਚਲਾਨ ਕੱਟੀ ਜਾਂਦੇ ਹੋ। ਉਹ ਕਿਹੜਾ ਪ੍ਰਾਈਵੇਟ ਵਹੀਕਲ ਹੈਗੇ ਆ, ਜਾਂ ਉਹ ਕਿਰਾਏ 'ਤੇ ਗੱਡੀਆਂ ਰੈਂਟ 'ਤੇ ਕਰਕੇ ਜਾ ਰਹੇ ਆ। ਬੱਸਾਂ ਵਿੱਚ ਐਡੇ ਐਡੇ ਵੱਡੇ ਇੰਨੇ ਇਕੱਠ ਹੋ ਕੇ ਜਾ ਰਹੇ ਆ, ਰੈਲੀਆਂ 'ਚ ਵੱਡੇ ਵੱਡੇ ਇਕੱਠ ਹੋ ਰਹੇ ਆ। ਜਿੱਥੇ ਚਲਾਨ ਕਰਨੇ ਚਾਹੀਦੇ ਉੱਥੇ ਨਹੀਂ ਹੋ ਰਹੇ। ਪਰ ਜਿੱਥੇ ਪੰਜਾਬ ਦੀ ਗੱਲ ਆ, ਤੇ ਪੰਜਾਬ ਵਿੱਚ ਸਭ ਨਾਲੋਂ ਵੱਧ ਦਹਿਸ਼ਤ ਜਿਹੜੀ ਫੈਲਾਈ ਜਾ ਰਹੀ ਹੈ, ਕਿਉਂਕਿ ਮੈਨੂੰ ਲੱਗਦਾ ਕਿ ਕੇਜਰੀਵਾਲ ਸਾਹਿਬ ਦੀ ਰੈਲੀ ਹੋ ਰਹੀ ਹੈ 21 ਤਰੀਕ ਦੀ, ਕੱਲ੍ਹ ਦੀ ਜਿਹੜੀ ਰੈਲੀ ਆ, ਲੋਕਾਂ ਨੂੰ ਉੱਥੇ ਨਾ ਪਹੁੰਚਣ। ਕਿਸਾਨ ਮਹਾ ਸੰਮੇਲਨ ਜਿਹੜਾ ਹੋ ਰਿਹਾ, ਉੱਥੇ ਰੋਕਣ ਵਾਸਤੇ ਵੀ ਸਰਕਾਰ ਦਾ ਨਜ਼ਰੀਆ ਹੋ ਸਕਦਾ ਕਿ ਹਾਂ ਵੱਧ ਤੋਂ ਵੱਧ ਉੱਥੇ ਗੈਦਰਿੰਗ ਨਾਲ ਇਕੱਠੀ ਹੋ ਜਾਵੇ। ਤੇ ਇਸੇ ਕਰਕੇ ਮੈਂ ਤਾਂ ਆਪਣੇ ਵੱਲੋਂ ਅਪੀਲ ਕਰੂੰਗਾ ਸਾਰੀ ਜਨਤਾ ਨੂੰ ਕਿ ਵੱਧ ਤੋਂ ਵੱਧ ਆਪਾਂ ਮਾਸਕ ਲਾ ਕੇ ਰੱਖੀਏ, ਆਪਣੇ ਆਪ ਨੂੰ ਸੁਰੱਖਿਅਤ ਰੱਖੀਏ, ਆਪਣੇ ਬੱਚਿਆਂ ਨੂੰ, ਆਪਣੇ ਬਜ਼ੁਰਗਾਂ ਨੂੰ ਖਾਸ ਕਰਕੇ। ਤੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ, ਜੋ ਵੀ ਸੁਰੱਖਿਅਤ ਦਵਾਈਆਂ ਹੈਗੀਆਂ, ਦੇਸੀ ਉਪਚਾਰ ਹੈਗਾ ਆ, ਉਹ ਆਪਣੇ ਘਰਾਂ ਦੇ ਵਿੱਚ ਬੈਠ ਕੇ ਕਰੀਏ। ਤੇ ਮੈਂ ਤਾਂ ਇਹੀ ਕਹੂੰਗਾ ਤੁਹਾਨੂੰ। ਬਿਲਕੁਲ ਜਸਵਾਲ ਸਾਹਿਬ, ਬਚਾਓ ਵਿੱਚ ਹੀ ਬਚਾਓ ਹੈ। ਤੇ ਜੇ ਆਪਾਂ ਦਿੱਲੀ ਕਿਸਾਨ ਅੰਦੋਲਨ ਦੀ ਗੱਲ ਕਰੀਏ, ਤੇ ਕਿਸਾਨ ਅੰਦੋਲਨ ਤੇ ਕਰੋਨਾ, ਤੇ ਉੱਥੇ ਲੱਖਾਂ ਵਿੱਚ 4 ਮਹੀਨੇ ਤੋਂ ਬੈਠੇ ਆ ਕਿਸਾਨ, ਤੇ ਉੱਥੇ ਕਰੋਨਾ ਦਾ ਕੋਈ ਇਦਾਂ ਦਾ ਰੌਲਾ ਨਹੀਂ ਹੈ। ਬਿਲਕੁਲ ਸਰ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਸਰਕਾਰ ਦਾ ਕੰਮ ਆ ਦਹਿਸ਼ਤ ਫੈਲਾਉਣਾ ਨਹੀਂ ਹੈਗਾ। ਸਰਕਾਰ ਦਾ ਕੰਮ ਆ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਇਹਦੇ ਲਈ।
ਤੇ ਜੇ ਦਿੱਲੀ ਵਿੱਚ ਇੰਨੇ ਕਿਸਾਨ ਬੈਠੇ ਆ ਉੱਥੇ ਕਰੋਨਾ ਨਹੀਂ ਹੋਇਆ। ਮੈਂ ਤੁਹਾਨੂੰ ਪਹਿਲੇ ਕਿਹਾ ਨਾ ਬੰਗਾਲ ਦੇ ਵਿੱਚ ਐਡੀਆਂ ਵੱਡੀਆਂ ਮੋਦੀ ਸਾਹਿਬ ਰੈਲੀਆਂ ਕਰ ਰਹੇ ਆ, ਕੈਪਟਨ ਸਾਹਿਬ ਨੇ ਐਡੀਆਂ ਵੱਡੀਆਂ ਕਾਂਗਰਸ ਦੀਆਂ ਰੈਲੀਆਂ ਚੱਲ ਰਹੀਆਂ, ਅਕਾਲੀ ਦਲ ਦੀਆਂ ਹੁਣ 3 ਦਿਨ ਪਹਿਲਾਂ ਰੈਲੀਆਂ ਚੱਲਣ ਰਹੀਆਂ ਸੀਗੀਆਂ ਤੇ ਉੱਥੇ ਕਰੋਨਾ ਨਹੀਂ ਹੋਇਆ। ਇਸ ਤਰ੍ਹਾਂ ਮੈਂ ਕਹਿੰਦਾ ਸਰਕਾਰ ਨੂੰ ਚਾਹੀਦਾ ਕਿ ਲੋਕਾਂ 'ਚ ਨਾ ਡਰਾਉਣ ਦੀ ਲੋਕਾਂ ਨੂੰ ਬਜਾਏ ਉਹਨਾਂ ਨੂੰ ਜਾਗਰੂਕ ਕਰੋ ਬਿਮਾਰੀ ਦੇ ਪ੍ਰਤੀ। ਇਹ ਮੈਂ ਤਾਂ ਕਹੂੰਗਾ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸ਼ੁਭ ਨਾਮ ਜੀ ਆਪਣਾ? ਮੇਰਾ ਰਣਜੀਤ ਸਿੰਘ। ਰਣਜੀਤ ਸਿੰਘ ਜੀ, ਜਿੱਦਾਂ ਤੁਹਾਨੂੰ ਪਤਾ ਵੀ ਜਿਹੜਾ ਕਰੋਨਾ ਦੀ ਮਹਾਮਾਰੀ ਕਰਕੇ ਜਿਹੜਾ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਵੱਲੋਂ ਫਿਰ ਦੁਬਾਰਾ ਸਖਤੀ ਕਰ ਦਿੱਤੀ ਗਈ ਆ, ਤੁਸੀਂ ਕਿੰਨਾ ਕੁ ਸਹਿਮਤ ਹੋਏ ਇਹਦੇ ਨਾਲ? ਸਹਿਮਤ ਤਾਂ ਜੋ ਉਹਨਾਂ ਨੇ ਗਾਈਡਲਾਈਨਸ ਦਿੱਤੀਆਂ ਉਹਨਾਂ ਨੂੰ ਚਲੋ ਮੰਨਣਾ ਤਾਂ ਚਾਹੀਦਾ, ਪਰ 100% ਤਾਂ ਨਹੀਂ ਕਹਿ ਸਕਦੇ। ਜਿਵੇਂ ਹੁਣ ਲੋਕੀ ਵੀ ਆਮ ਲੋਕਾਂ 'ਚ ਵੀ ਗੱਲ ਹੋ ਰਹੀ ਆ ਕਿ ਲੋਕੀ ਕਹਿੰਦੇ ਕਰੋਨਾ ਵੀ ਸਰਕਾਰੀ ਹੋ ਗਿਆ, 9 ਵਜੇ ਨਿਕਲਦਾ ਆ, ਸਵੇਰ ਨੂੰ 5 ਵਜੇ ਮੁੜ ਜਾਂਦਾ, ਦਿਨੇ ਹੁੰਦਾ ਨਹੀਂ, ਜਦ ਕਿ ਰਾਤ ਦੇ ਟਾਈਮ ਤਾਂ ਲੋਕੀ ਘਰੇ ਹੁੰਦੇ ਨੇ। ਕੋਈ ਇੱਕ ਲੌਜਿਕ ਨਹੀਂ ਸਮਝ ਆਇਆ। ਪਰ ਠੀਕ ਹੈ, ਜੋ ਵੀ ਇਹ ਬਿਮਾਰੀ ਉਹਦੇ ਇਤਿਹਾਦ ਉਹਦਾ ਜਦੋਂ ਬਚਾਅ ਤੱਕ ਸਾਨੂੰ ਕਰਨਾ ਚਾਹੀਦਾ। ਪਰ ਜਿਹੜਾ ਲੋਕਾਂ ਲਈ ਸਰਕਾਰ ਨੇ ਨਵੇਂ ਲਿਆਂਦੇ ਆਰਡਰ, ਇਹਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ। ਕੰਮ ਤਾਂ ਪਹਿਲਾਂ ਹੀ ਹੈ ਨਹੀਂ ਲੋਕਾਂ ਕੋਲ, ਪਿਛਲੇ ਸਾਲ ਤੋਂ ਲੋਕੀ ਵਿਹਲੇ ਨੇ, ਕੋਈ ਰੁਜ਼ਗਾਰ ਖਤਮ ਹੋ ਗਿਆ। ਇਸ ਲਈ ਇਹਦੇ ਨਾਲ ਤੁਸੀਂ ਕਹਿੰਦੇ ਜਿਸ ਤਰ੍ਹਾਂ ਹੁਣ ਕਰੋਨਾ ਦੀ ਐਨੀਵਰਸਰੀ ਵੀ ਆ ਰਹੀ ਹੈ 23 ਮਾਰਚ, ਹੋ ਸਕਦਾ ਸਰਕਾਰ ਉਹਨੂੰ ਜ਼ੋਰ ਸ਼ੋਰ ਨਾਲ ਮਨਾਉਣ ਕਰਕੇ ਕਰ ਰਹੀ ਆ। ਉਦਾਹਰਨ ਦੇ ਤੌਰ 'ਤੇ ਤੁਸੀਂ ਦੇਖੋ ਕਿ ਤੁਹਾਡੇ ਸ਼ਹਿਰ ਵਿੱਚ ਹੀ ਪਹਿਲਾਂ MC ਇਲੈਕਸ਼ਨ ਸੀ, ਕਰੋਨਾ ਇੱਥੇ ਨਹੀਂ ਸੀ। ਇੱਥੇ ਹੁਣ ਕਰੋਨਾ ਦਾ ਜ਼ਿਆਦਾ ਹੋ ਗਿਆ ਤੇ ਬੰਗਾਲ ਵਿੱਚ ਕਰੋਨਾ ਹੈ ਨਹੀਂ, ਉੱਥੇ ਇਲੈਕਸ਼ਨ ਆ। ਤੇ ਇਸ ਕਰਕੇ ਮਜ਼ਾਕ ਦਾ ਕਾਰਨ ਵੀ ਬਣ ਰਿਹਾ। ਲੋਕਾਂ 'ਚ ਇੱਕ ਵਿਸ਼ਵਾਸ ਹੀ ਨਹੀਂ ਪੈਦਾ ਕਰ ਰਹੇ, ਲੋਕਾਂ ਦੇ ਵਿੱਚ ਡਰ ਪੈਦਾ ਕਰ ਰਹੀ ਸਰਕਾਰ। ਜਦ ਕਿ ਵਿਸ਼ਵਾਸ ਪੈਦਾ ਕਰਨਾ ਚਾਹੀਦਾ, ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਆਉਣਾ ਵੀ ਕੀ ਹੋਣਾ ਚਾਹੀਦਾ। ਇਹ ਜੋ ਉਹਨਾਂ ਨੇ ਨਵੇਂ ਲਿਆਂਦੇ ਆਰਡੀਨੈਂਸ ਉਹ ਥੋੜ੍ਹੇ ਸਮਝ ਤੋਂ ਬਾਹਰ ਨੇ। ਜਿਵੇਂ ਗੱਡੀ 'ਚ ਕਹਿੰਦੇ ਆ 4 ਜਣੇ ਗੱਡੀ 'ਚ ਜਾ ਰਹੇ ਨੇ ਤੇ ਚਲਾਨ ਹੋਏਗਾ, ਜੇ ਉਹੀ ਬੰਦੇ ਘਰੇ ਬੈਠੇ ਹੁਣ 4, ਫਿਰ ਘਰੇ ਵੀ ਚਲਾਨ ਹੋਣਾ ਚਾਹੀਦਾ ਉਹਨਾਂ ਦਾ। ਘਰ ਵਿੱਚ 4 ਜਾਂ 4 ਤੋਂ ਵੱਧ ਵੀ ਬੰਦੇ ਹੁੰਦੇ ਨੇ, ਬੱਚੇ ਹੁੰਦੇ ਨੇ। ਸੋ ਜੋ ਸਰਕਾਰ ਨੇ ਕਿਹਾ ਉਹਦਾ ਤਰਕ ਸਮਝ ਨਹੀਂ ਆ ਰਿਹਾ, ਸਮਝ ਤੋਂ ਪਰੇ ਹੈ। ਇੱਕ ਗੱਲ ਹੋਰ ਆ, ਜਿਹੜੇ ਸਕੂਲ ਆ ਉਹ ਤਾਂ ਬੰਦ ਕੀਤੇ ਗਏ ਆ, ਤੇ ਪਰ ਜਿਹੜਾ ਸਿਨੇਮੇ ਆ ਉਹ 50% ਨਾਲ ਕਹਿੰਦੇ ਖੋਲ੍ਹ ਲਓ ਤੁਸੀਂ। ਇਹੀ ਕਹਿ ਰਹੇ ਨਾ, ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ, ਸਰਕਾਰ ਚਾਹੁੰਦੀ ਆ ਵੀ ਪੜ੍ਹੋ ਘੱਟ ਤੇ ਸਿਨੇਮਿਆਂ ਵੱਲ ਜ਼ਿਆਦਾ ਜਾਓ। ਜਦ ਸਕੂਲ ਬੰਦ ਕਰਤੇ ਨੇ, ਸਿਨੇਮੇ ਹਾਫ ਕਪੈਸਿਟੀ ਨਾਲ ਖੋਲ੍ਹ ਦਿੱਤੇ ਨੇ, ਉਹ ਇਹਨਾਂ ਦਾ ਸਰਕਾਰ ਦਾ ਇਹ ਤਰਕ ਹੀ ਨਹੀਂ ਨਾ ਸਮਝ ਲੱਗਦਾ। ਸਰਕਾਰ ਚਾਹੁੰਦੀ ਕੀ ਹੈ? ਬਿਮਾਰੀ ਹੈ ਬਿਲਕੁਲ, ਪਰ ਇਹ ਤੋਂ ਬਚਾਅ ਰੱਖਣਾ ਚਾਹੀਦਾ ਸਾਨੂੰ। ਮਾਸਕ ਲਗਾ ਕੇ ਰੱਖਣਾ ਚਾਹੀਦਾ, ਜਿਸ ਤਰ੍ਹਾਂ ਵੀ ਜੋ ਲੋੜ ਪਵੇ ਬਿਮਾਰੀ ਦੇ ਹਿਸਾਬ ਨਾਲ ਸਾਨੂੰ ਕਰਨਾ ਚਾਹੀਦਾ। ਪਰ ਸਰਕਾਰ ਲੋਕਾਂ ਨੂੰ ਜਾਗਰੂਕ ਕਰਨ ਦੀ ਬਜਾਏ ਡਰਾ ਰਹੀ ਆ, ਤੇ ਲੋਕ ਡਰਾ ਦੇ ਵਿੱਚ ਇਸ ਸਮੇਂ ਜੋ ਹਾਲਾਤ ਨੇ, ਲੋਕੀ ਘਬਰਾਏ ਹੋਏ ਨੇ। ਕਰੋਨਾ ਬਿਮਾਰੀ ਦਾ ਨਾਂ ਜੋ ਟੈਸਟ ਕਰਾਉਂਦੇ ਕਰੋਨਾ ਹੀ ਨਿਕਲਿਆ ਹੋਵੇ, ਅੱਧਾ ਤੇ ਬੰਦਾ ਉਦੋਂ ਹੀ ਮਰ ਜਾਂਦਾ ਹੈ ਡਰ ਕੇ। ਕੀ ਤੁਸੀਂ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਕੀ ਸੁਝਾਅ ਦੇਣਾ ਚਾਹੋਗੇ? ਸੁਝਾਅ ਇਹੀ ਦੇਣਾ ਚਾਹਾਂਗੇ, ਜਿਵੇਂ ਕਿ ਜਿਸ ਤਰ੍ਹਾਂ ਵੀ ਹੈ, ਸਰਕਾਰ ਨੂੰ ਆਮ ਜਨਤਾ ਦੀ, ਕਿਉਂਕਿ ਸਰਕਾਰ ਲੋਕਾਂ ਦੁਆਰਾ ਚੁਣੀ ਜਾਂਦੀ, ਲੋਕਾਂ ਲਈ ਚੁਣੀ ਜਾਂਦੀ, ਤੇ ਸਰਕਾਰ ਨੂੰ ਚਾਹੀਦਾ ਲੋਕਾਂ ਦੇ ਨਾਲ ਖੜੇ। ਜੇ ਹਰ ਬੰਦਾ ਸੈਨੀਟਾਈਜ਼ਰ ਜਾਂ ਮਾਸਕ ਵੀ ਨਹੀਂ ਖਰੀਦ ਸਕਦਾ, ਤੇ ਤੁਸੀਂ ਉੱਪਰੋਂ ਉਹਦਾ 1000 ਜਾਂ 500 ਜਿੰਨਾ ਵੀ ਚਲਾਨ ਕਰਦੇ ਨੇ। ਆਮ ਬੰਦਾ ਕਿੱਥੇ ਕਰੇਗਾ ਇਹ? ਆਮ ਬੰਦੇ ਤਾਂ ਉਨੀ ਦਿਹਾੜੀ ਵੀ ਹੈ ਨਹੀਂ ਗੀ ਜਿੰਨਾ ਇਹਨਾਂ 'ਤੇ ਖਰਚਾ ਹੁੰਦਾ। ਸਰਕਾਰ ਨੂੰ ਉਹਦੇ ਨਾਲ ਖੜਨਾ ਚਾਹੀਦਾ, ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ, ਵਿੱਤੀ ਸਹਾਇਤਾ ਵੀ ਕਰੇ, ਜੋ ਵੀ ਆ ਸਮਝਾਵੇ ਉਹਨਾਂ ਨੂੰ ਚੰਗੀ ਤਰ੍ਹਾਂ। ਸਰਕਾਰ ਨੂੰ ਹਮੇਸ਼ਾ ਵੀ ਇਹਦੇ ਹਰ ਬੰਦੇ ਦੇ ਨਾਲ ਖੜਨਾ ਚਾਹੀਦਾ ਇਸ ਔਖੇ ਸਮੇਂ ਵਿੱਚ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਜੈ ਹਿੰਦ ਜੀ। ਹਾਂਜੀ ਸਰ, ਕੀ ਨਾਂ ਜੀ? ਸੰਦੀਪ ਸੈਣੀ। ਸੈਣੀ ਸਾਹਿਬ, ਜੇ ਆਪਾਂ ਗੱਲ ਕਰੀਏ ਵੀ ਜਿਹੜਾ ਕਰੋਨਾ ਆ, ਇਹ ਇੱਕ ਵਾਰੀ ਫੇਰ ਦੁਬਾਰਾ ਜਿਹੜਾ ਆ ਆਪਣਾ ਅਸਰ ਇਹਦਾ ਕਹਿੰਦੇ ਵੱਧ ਗਿਆ ਆ ਹੁਣ। ਤੇ ਜੇ ਦੇਖਿਆ ਜਾਵੇ ਤੇ ਜਿਹੜਾ ਲਗਭਗ 1 ਸਾਲ ਹੋ ਚੁੱਕਾ ਇਹਨੂੰ, ਕਰੋਨਾ ਮਹਾਮਾਰੀ ਜਿਹੜੀ 1 ਸਾਲ ਤੋਂ ਪਰੇਸ਼ਾਨ ਕਰ ਰਹੀ ਹੈ। ਜਨਤਾ ਕਾਫੀ ਪਰੇਸ਼ਾਨ ਆ, ਜਨਤਾ ਨੂੰ ਕੁਝ ਸਮਝ ਨਹੀਂ ਆ ਰਿਹਾ ਵੀ ਕੀ ਕੀਤਾ ਜਾਵੇ ਕੀ ਨਾ ਕੀਤਾ ਜਾਵੇ। ਤੇ ਜਿਹੜਾ ਸਰਕਾਰ ਆ, ਤੇ ਉਸਨੇ ਇੱਕ ਵਾਰੀ ਪਹਿਲਾਂ ਵੀ ਸਖਤ ਕਦਮ ਚੁੱਕੇ ਸੀ ਤੇ ਕੰਟਰੋਲ ਕਰ ਲਿਆ ਸੀ ਕਰੋਨਾ, ਤੇ ਇੱਕ ਵਾਰੀ ਹੁਣ ਫੇਰ ਸਖਤ ਕਦਮ ਉਹਨਾਂ ਨੇ ਚੱਕੇ ਆ, ਪ੍ਰਸ਼ਾਸਨ ਨੇ ਵੀ ਸਖਤ ਕਦਮ ਚੁੱਕੇ ਆ ਬਿਲਕੁਲ। ਤੇ ਕੀ ਕਹਿਣਾ ਆਪਣਾ ਇਹਦੇ ਬਾਰੇ? ਦੇਖੋ ਹਰਪਾਲ ਜੀ, ਮੈਨੂੰ ਲੱਗਦਾ ਇਸ ਦੇਸ਼ 'ਚ ਕਰੋਨਾ ਆ ਕੇ ਸਰਕਾਰਾਂ ਤੇ ਜਨਤਾ ਨਾਲੋਂ ਜ਼ਿਆਦਾ ਅੱਜ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਕਰੋਨਾ ਨੂੰ ਲੈ ਕੇ ਆ, ਕਰੋਨਾ ਜ਼ਿਆਦਾ ਪਰੇਸ਼ਾਨ ਹੋਣਾ ਇੱਥੇ। ਔਰ ਮੈਨੂੰ ਹੈਰਾਨੀ ਹੁੰਦੀ ਸਾਡੇ ਦੇਸ਼ ਦੀਆਂ ਸਰਕਾਰਾਂ 'ਤੇ, ਕਦੀ ਥਾਲੀਆਂ ਖੜਕਾ ਦਿਓ, ਕਦੀ ਦੀਵੇ ਜਗਾ ਦਿਓ, ਤੇ ਕਦੀ ਰਾਤ ਦਾ ਕਰਫਿਊ, ਤੇ ਕਦੀ ਸ਼ਨੀਵਾਰ ਦੀ ਛੁੱਟੀ। ਮੈਂ ਬੜਾ ਹੈਰਾਨ ਇਹਨਾਂ ਦੀ ਨੀਤੀ ਤੇ ਇਹਨਾਂ ਦੀ ਸੋਚ ਤੋਂ, ਇਹਨਾਂ ਦੀ ਕਾਰਜਪ੍ਰਣਾਲੀ ਤੋਂ। ਔਰ ਇਸ ਦੇਸ਼ ਦੀ ਆਵਾਮ ਜਿਹੜੀ ਆ, ਮੈਨੂੰ ਨਹੀਂ ਲੱਗਦਾ ਕਿ ਅੱਜ ਆਵਾਮ ਜਿਹੜੀ ਆ ਸਰਕਾਰ ਦੀਆਂ ਕਰੋਨਾ ਪ੍ਰਤੀ ਜਿਹੜੀ ਨੀਤੀਆਂ ਚੱਲ ਰਹੀਆਂ ਉਹ ਤੋਂ ਸੈਟੀਸਫਾਈ ਆ। ਅੱਜ ਹਰ ਬੰਦਾ ਸਰਕਾਰ ਨੂੰ ਇੱਕ ਮਜ਼ਾਕ ਦਾ ਪਾਤਰ ਲੈ ਰਿਹਾ ਕਰੋਨਾ ਦੀ ਕਾਰਵਾਈ ਦੇ ਉੱਤੇ। ਉਹ ਸਰਕਾਰ ਮਜ਼ਾਕ ਦਾ ਪਾਤਰ ਬਣ ਵੀ ਰਹੀ ਆ, ਕਿਉਂਕਿ ਅੱਜ ਜਿਸ ਤਰ੍ਹਾਂ ਹੁਣ ਪੰਜਾਬ ਦੀ ਅਗਰ ਮੈਂ ਗੱਲ ਕਰਾਂ ਤਾਂ ਪਹਿਲਾਂ ਮਿਸ਼ਨ ਫਤਿਹ ਕਹਿ ਦਿੱਤਾ ਕੈਪਟਨ ਸਾਹਿਬ ਨੇ ਕਿ ਅਸੀਂ ਕਰੋਨਾ 'ਤੇ ਮਿਸ਼ਨ ਫਤਿਹ ਪਾ ਲਈ ਗਿਆ ਜੀ, ਅਸੀਂ ਬੜੇ ਵੱਡੇ ਹਵਾਲੇ ਨਾਲ ਕੰਮ ਕੀਤਾ ਵਾ ਔਰ ਅਸੀਂ ਉਹਦੀ ਜਿੱਤ ਹਾਸਲ ਕੀਤੀ ਆ। ਅੱਜ ਤੁਸੀਂ ਦੇਖੋ ਕਿ ਨਗਰ ਨਿਗਮ ਜਾਂ ਨਗਰ ਕੌਂਸਲਾਂ ਦੇ ਇਲੈਕਸ਼ਨ ਤੋਂ ਬਾਅਦ ਅੱਜ ਫਿਰ ਪੰਜਾਬ ਦੇ ਅੰਦਰ ਇੱਕ ਵਾਰੀ ਫਿਰ ਕਰੋਨਾ ਦੀ ਲਹਿਰ ਉੱਠੀ ਆ। ਉਹਨਾਂ ਚੁਣਾਵਾਂ ਦੇ ਦਿਨਾਂ 'ਚ ਬਿਲਕੁਲ ਕਿਤੇ ਕਰੋਨਾ ਦਾ ਕੋਈ ਜ਼ਿਕਰ ਨਹੀਂ ਸੀਗਾ। ਅੱਜ ਟੈਸਟਿੰਗ ਵਧਾਉਣ ਦੀ ਗੱਲਾਂ ਕਰਕੇ ਲੋਕਾਂ ਨੂੰ ਕਰੋਨਾ ਦੇ ਪੇਸ਼ੈਂਟ ਬਣਾਇਆ ਜਾ ਰਿਹਾ ਵਾ। ਸਰਕਾਰ ਇਸ ਗੱਲ 'ਤੇ ਲੋਕਾਂ ਨੂੰ ਸੈਟੀਸਫਾਈ ਨਹੀਂ ਕਰ ਪਾ ਰਹੀ ਕਿ ਕਰੋਨਾ ਐਕਚੁਅਲ ਹੈ ਕੀ ਆ।
ਔਰ ਜਿਹਨੂੰ ਮਾੜੀ ਜਿਹੀ ਖਾਂਸੀ ਹੁੰਦੀ ਆ, ਜ਼ੁਕਾਮ ਹੁੰਦਾ ਵਾ, ਕਿਉਂਕਿ ਮੌਸਮ ਵੀ ਚੇਂਜ ਹੋ ਰਿਹਾ, ਸਾਡੇ ਦੇਸ਼ ਦਾ ਮੌਸਮ ਵੀ ਇਦਾਂ ਹੀ ਆ ਕਿ ਸਮੇਂ-ਸਮੇਂ 'ਤੇ ਚੇਂਜ ਹੁੰਦਾ ਰਹਿੰਦਾ ਵਾ, ਜਿਹਨੂੰ ਇਹ ਹੁੰਦਾ ਉਹਨੂੰ ਵੀ ਕਰੋਨਾ ਕੱਢੀ ਜਾ ਰਹੇ ਆ। ਤਾਂ ਬੜੀ ਹੈਰਾਨੀ ਵਾਲੀ ਗੱਲ ਆ ਸਰਕਾਰ ਦੀ ਨੀਤੀ ਦੇ ਕਿ ਕਿਹੋ ਜਿਹੀ ਨੀਤੀ ਚਲਾ ਰਹੇ ਆ ਕਿ ਲੋਕਾਂ ਨੂੰ ਸੈਟੀਸਫਾਈ, ਆਪਣੇ ਦੇਸ਼ ਦੀ ਜਨਤਾ ਨੂੰ ਮੂਰਖ ਬਣਾਉਣ ਦਾ ਕੰਮ ਇਹਨਾਂ ਨੇ ਫੜਿਆ ਵਾ। ਵੈਸੇ ਤਾਂ ਇਹਨਾਂ ਦਾ ਕੰਮ 74 ਸਾਲ ਤੋਂ ਚੱਲਦਾ ਆ ਰਿਹਾ ਵਾ ਕਿ ਆਪਣੇ ਮੁਲਕ ਦੀ ਆਵਾਮ ਨੂੰ ਮੂਰਖ ਬਣਾ ਕੇ ਸਿਆਸਤ ਕਰਦੇ ਆ ਰਹੇ ਆ। ਪਰ ਜੇ ਇੱਕ ਵਿਸ਼ਵ ਦੇ ਅੰਦਰ ਕੋਈ ਮਹਾਮਾਰੀ ਆਈ ਆ ਤਾਂ ਸਾਡੇ ਦੇਸ਼ ਦੇ ਸਿਆਸਤਦਾਨਾਂ ਨੇ ਉਹਦੇ ਅੰਦਰ ਵੀ ਆਪਣੀ ਰਾਜਨੀਤੀ ਲੱਭ ਲਈ ਆ। ਜੇ ਗੱਲ ਕੀਤੀ ਜਾਵੇ ਕਿ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਜਾਂ ਉਹਦੇ ਘਰ ਦਾ ਕੋਈ ਜੀਅ ਬਿਮਾਰ ਹੁੰਦਾ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਹਦੀ ਦਵਾਈ ਹੈਗੀ ਆ ਤਾਂ ਉਹ ਬੰਦਾ ਫੱਟ ਕਹਿੰਦਾ ਵੀ ਯਾਰ ਇਹਦਾ ਇਲਾਜ ਆਹ ਕੀਤਾ ਜਾਵੇ ਜਾਂ ਡਾਕਟਰ ਦੀ ਸਲਾਹ ਲੈ ਕੇ ਆਹ ਕੀਤਾ ਜਾਵੇ ਇੱਦਾਂ। ਪਰ ਜੇ ਦੇਖਿਆ ਜਾਵੇ ਜਿਹੜੀ ਕਰੋਨਾ ਦੀ ਵੈਕਸੀਨ ਆ ਜਾਂ ਜਿਹਦੀ ਦਵਾਈ ਜਿਹੜੀ ਆਈ ਆ ਤੇ ਇਹਨੂੰ ਲੈ ਕੇ ਵੀ ਲੋਕਾਂ 'ਚ ਇੱਕ ਜਿਹੜਾ ਆ ਦੋ ਰਾਏ ਆ ਵੀ ਲੈਣੀ ਚਾਹੀਦੀ ਦਵਾਈ ਇਹ ਜਾਂ ਨਹੀਂ ਲੈਣੀ ਚਾਹੀਦੀ। ਦੇਖੋ ਹਰਪਾਲ ਜੀ, ਇੱਕ ਗੱਲ ਸਪਸ਼ਟ ਆ ਕਿ ਇਸ ਦੇਸ਼ ਦੀਆਂ ਸਰਕਾਰਾਂ ਕਿਸੇ ਵੀ ਨੀਤੀ ਉੱਤੇ ਬਗੈਰ ਰਾਜਨੀਤੀ ਕਿਤੇ ਨਹੀਂ ਰਹਿ ਸਕਦੀਆਂ। ਔਰ ਇਸ ਦੇਸ਼ ਦੇ ਅੰਦਰ ਕਰੋਨਾ ਮਹਾਮਾਰੀ ਦੀ ਜਿਹੜੀ ਵੈਕਸੀਨ ਦੀ ਗੱਲ ਕਰ ਰਹੇ ਆ, ਅੱਜ ਉਸ ਵੈਕਸੀਨ ਨੂੰ ਲੈ ਕੇ ਲੋਕਾਂ ਦੇ ਵਿੱਚ ਭਰਮ ਇਸ ਕਰਕੇ ਆ ਕਿ ਸਰਕਾਰ ਲੋਕਾਂ ਨੂੰ ਸੈਟੀਸਫਾਈ ਨਹੀਂ ਕਰ ਪਾਈ ਕਿ ਅਸੀਂ ਕਾਰਗਰ ਦਵਾਈ ਬਣਾਈ ਆ। ਭਾਂਤ ਦੀ ਲੋਕਾਂ ਦੇ ਅੰਦਰ ਜਿਹੜੀਆਂ ਅਫਵਾਹਾਂ ਫੈਲੀਆਂ ਹੋਈਆਂ ਵਾ, ਉਹ ਸਰਕਾਰ ਦੀ ਟੈਸਟਿੰਗ ਰਿਪੋਰਟ ਔਰ ਵੈਕਸੀਨ ਦੀ ਜਿਹੜੀ ਆ ਮਾਤਰਾ ਜਿਹੜੀ ਆ ਉਹ ਵਿਦੇਸ਼ਾਂ ਨੂੰ ਦੇਣ ਦੀ ਬਜਾਏ ਪਹਿਲਾਂ ਦਾਨਵੀਰ ਕਰਨ ਬਣਨ ਤੋਂ ਪਹਿਲਾਂ ਕਿ ਆਪਣੇ ਜਿਹੜੇ ਸਮਾਜ, ਆਪਣੇ ਦੇਸ਼ ਦੇ ਲੋਕ ਜਿਹੜੇ ਨੇ ਪਹਿਲਾਂ ਉਹਨਾਂ ਨੂੰ ਬਚਾਉਣਾ ਜ਼ਰੂਰੀ ਆ। ਦਾਨਵੀਰ ਤਾਂ ਤਦ ਹੋਵੇ ਜੇ ਸਾਡੇ ਘਰ ਪਹਿਲਾਂ ਆਪਣੇ ਦਾਣੇ ਪਏ ਆ, ਸਾਡਾ ਆਪਣਾ ਪਰਿਵਾਰ ਸੁਰੱਖਿਅਤ, ਤਾਂ ਫੇਰ ਹੀ ਜਦੋਂ ਸਮਾਜ ਸੇਵਾ ਇਨਸਾਨ ਕਰਦਾ ਤਾਂ ਸਾਰਾ ਜਿਹੜਾ ਵਿਸ਼ਵ ਜਾਂ ਸਮਾਜ ਆ ਉਹਨੂੰ ਅਕਲਮੰਦ ਕਹਿੰਦਾ, ਉਹਦੀ ਪ੍ਰਸ਼ੰਸਾ ਕਰਦਾ। ਪਰ ਅੱਜ ਸਾਡੇ ਦੇਸ਼ ਅੰਦਰ ਕਰੋਨਾ ਦੇ ਕੇਸ ਵੱਧ ਰਹੇ ਆ ਤਾਂ ਅਸੀਂ ਵਿਦੇਸ਼ਾਂ ਨੂੰ, ਪਾਕਿਸਤਾਨ ਵਰਗੇ ਮੁਲਕ ਨੂੰ ਅਸੀਂ ਵੈਕਸੀਨ ਫ੍ਰੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਕਿਹੋ ਜਿਹੀ ਨੀਤੀ ਸਰਕਾਰ ਦੀ ਚੱਲ ਰਹੀ ਆ। ਔਰ ਪੰਜਾਬ ਅੰਦਰ ਦੇਖ ਲਓ, ਕੈਪਟਨ ਸਾਹਿਬ ਵੱਡੇ ਵੱਡੇ ਅਖਬਾਰਾਂ ਦੇ ਵਿੱਚ ਰੋਜ਼ ਇਸ਼ਤਿਹਾਰ ਦੇ ਰਹੇ ਆ ਕਿ ਮੈਂ ਜੀ ਸਕੂਲਾਂ ਦੇ ਉੱਤੇ ਕੰਮ ਕਰ ਦਿੱਤਾ ਜੀ, ਮੈਂ ਫਲਾਣੇ ਉੱਤੇ ਕੰਮ ਕਰਤਾ ਜੀ, ਮੈਂ ਢਿਮਕੜੇ 'ਤੇ ਕੰਮ ਕਰ ਦਿੱਤਾ। ਪਰ ਅੱਜ ਕੋਰੋਨਾ ਮਹਾਮਾਰੀ ਨੂੰ ਲੈ ਕੇ ਕੈਪਟਨ ਸਾਹਿਬ ਦੱਸਣ ਕਿ ਇਹਨਾਂ ਦੀ ਕੈਬਨਿਟ ਜਿਹੜੀ ਆ ਕਿੱਥੇ ਲੋਕਾਂ ਨੂੰ ਅਵੇਅਰ ਕਰ ਰਹੀ ਆ, ਕਿੱਥੇ ਇਹਨਾਂ ਦੇ ਪ੍ਰਸ਼ਾਸਨਿਕ ਅਧਿਕਾਰੀ ਅਵੇਅਰ ਕਰ ਰਹੇ ਆ। ਔਰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਵਾਂ ਕਿ ਸਾਡੇ ਸੈਕਟਰੀਏਟ ਹੁਸ਼ਿਆਰਪੁਰ ਹੈਗਾ, ਉਸ ਸੈਕਟਰੀਏਟ 'ਚ ਜਾ ਕੇ ਤੁਸੀਂ ਸੇਵਾ ਕੇਂਦਰ ਦੇਖੋ। ਉਹ ਸੇਵਾ ਕੇਂਦਰ ਐਕਚੁਅਲ 'ਚ ਮੈਂ ਕਹਿੰਦਾ ਕਰੋਨਾ ਕੇਂਦਰ ਬਣ ਚੁੱਕਿਆ ਵਾ। ਹਜ਼ਾਰਾਂ ਦੀ ਗਿਣਤੀ ਲੋਕ ਖੱਜਲ ਖਵਾਰ ਹੋ ਰਹੇ ਉੱਥੇ ਜਾ ਕੇ, ਲੋਕਾਂ ਨੂੰ ਆਪਣੇ ਕੰਮ ਲਈ ਧੱਕੇ ਖਾਣੇ ਪੈ ਰਹੇ ਆ ਔਰ ਲੋਕਾਂ ਨੂੰ ਨਾ ਚਾਹੁੰਦੇ ਹੋਏ ਵੀ ਉਸ ਭੀੜ ਦਾ ਹਿੱਸਾ ਬਣਨਾ ਪੈਂਦਾ ਵਾ। ਸੋ ਸਰਕਾਰ ਦੀ ਨੀਤੀ ਬਿਲਕੁਲ ਫੇਲੀਅਰ ਸਾਬਿਤ ਹੋਈ ਆ। ਔਰ ਕੈਪਟਨ ਸਾਹਿਬ ਨੂੰ ਸਿਵਾਏ ਆਪਣੀ ਆਰਾਮ ਪ੍ਰਸਤੀ ਤੋਂ, ਐਸ਼ ਪ੍ਰਸਤੀ ਤੋਂ, ਉਹ ਛੁੱਟੀਆਂ ਮਨਾਉਣ ਤੋਂ ਸਿਵਾਏ ਕੋਈ ਕੰਮ ਨਹੀਂ ਹੈ ਕੈਪਟਨ ਸਾਹਿਬ ਨੂੰ। ਔਰ ਮੈਂ ਕਹਿੰਦਾ ਪੰਜਾਬ ਦੀ ਮਾੜੀ ਕਿਸਮਤ ਆ ਕਿ ਪੰਜਾਬ ਨੂੰ ਇਹੋ ਜਿਹਾ ਮੁੱਖ ਮੰਤਰੀ ਮਿਲਿਆ। ਸੈਂਟਰ ਸਰਕਾਰ ਨੂੰ ਜਾਂ ਸਟੇਟ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਮੇਰੀ ਇੱਕੋ ਅਪੀਲ ਹੈ ਇਹਨਾਂ ਦੋਨਾਂ ਸਰਕਾਰਾਂ ਨੂੰ, ਚਾਹੇ ਕੇਂਦਰ ਦੀ ਆ ਚਾਹੇ ਸਟੇਟ ਦੀ ਆ, ਕਿ ਇਸ ਟਾਈਮ ਜੇ ਅਗਰ ਮਹਾਮਾਰੀ ਦਾ ਦੌਰ ਚੱਲ ਰਿਹਾ ਤਾਂ ਇਸ ਦੇ ਵਿੱਚ ਰਾਜਨੀਤੀ ਨਾ ਕਰਨ, ਕਿਉਂਕਿ ਰਾਜਨੀਤੀ ਜ਼ਿੰਦਾ ਇਨਸਾਨਾਂ ਦੇ ਕੀਤੀ ਜਾ ਸਕਦੀ, ਮੁਰਦਿਆਂ 'ਤੇ ਰਾਜਨੀਤੀ ਨਹੀਂ ਹੋ ਸਕਦੀ। ਅੱਜ ਸਮਾਜ ਖਤਰੇ ਵਿੱਚ ਪੈ ਚੁੱਕਿਆ, ਸਾਡਾ ਦੇਸ਼ ਖਤਰੇ 'ਚ ਪੈ ਚੁੱਕਿਆ ਵਾ। ਕਿਰਪਾ ਕਰਕੇ ਰਾਜਨੀਤੀ ਨੂੰ ਤਿਆਗ ਕੇ ਲੋਕਾਂ ਦੇ ਭਲੇ ਦੀ ਗੱਲ ਕਰਨ ਔਰ ਲੋਕਾਂ ਨੂੰ ਅਵੇਅਰ ਕਰਨ, ਨਾ ਕਿ ਲੋਕਾਂ ਦੇ ਉੱਤੇ ਕਰੋਨਾ ਮਹਾਮਾਰੀ ਦੇ ਨਾਮ ਦੇ ਉੱਤੇ ਟੈਕਸ ਲਾ ਕੇ, ਚਲਾਨ ਕੱਟ ਕੇ, ਲੋਕਾਂ ਨੂੰ ਖੱਜਲ ਖਵਾਰ ਕਰਕੇ, ਲੋਕਾਂ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਕੇ, ਲੋਕਾਂ ਨੂੰ ਆਰਥਿਕ ਤੌਰ 'ਤੇ ਪਰੇਸ਼ਾਨ ਕਰਕੇ ਲੋਕਾਂ ਦਾ ਜੀਵਨ ਦੁਰਭਰ ਕਰਨ। ਸੋ ਆਪਣੇ ਲੋਕ ਆ, ਆਪਣੇ ਦੇਸ਼ ਦੀਆਂ ਸਰਕਾਰਾਂ ਨੇ, ਔਰ ਇਹਨਾਂ ਦਾ ਫਰਜ਼ ਇਹ ਬਣਦਾ ਕਿ ਵਪਾਰੀ ਨਾ ਬਣ। ਇਹ ਆਮ ਲੋਕਾਂ ਦੇ ਦੁੱਖ ਦਰਦ ਨੂੰ ਸਮਝਦੇ ਹੋਏ ਇਹੋ ਜਿਹੀ ਨੀਤੀਆਂ ਲੈ ਕੇ ਆਉਣ ਕਿ ਲੋਕ ਇਸ ਕਰੋਨਾ ਮਹਾਮਾਰੀ ਦੇ ਦੌਰ 'ਚ ਵੀ ਆਪਣੇ ਆਪ ਨੂੰ ਸਰਵਾਈਵ ਕਰ ਸਕਣ। ਅੱਜ ਲੋਕਾਂ ਨੂੰ ਆਪਣੇ ਰੋਜ਼ਗਾਰ ਦੀ, ਆਪਣੇ ਜਿਹੜੀ ਰੋਟੀ ਦੀ ਚਿੰਤਾ ਪਈ ਆ, ਲੋਕਾਂ ਨੂੰ ਆਪਣੀ ਹੈਲਥ ਦੀ ਚਿੰਤਾ, ਬੱਚਿਆਂ ਦੀ ਐਜੂਕੇਸ਼ਨ ਦੀ ਚਿੰਤਾ, ਸਰਕਾਰ ਕੋਲ ਪਾਲਿਸੀ ਕੋਈ ਨਹੀਂ ਹੈ। ਸੋ ਮੇਰੀ ਇੱਕੋ ਬੇਨਤੀ ਹੈ ਕਿ ਸਰਕਾਰ ਰਾਜਨੀਤੀ ਛੱਡ ਕੇ ਆਪਣੇ ਦੇਸ਼ ਦੇ ਲੋਕਾਂ ਦੀ ਗੱਲ ਸੁਣੇ, ਉਹਨਾਂ ਦੇ ਵੈਲਫੇਅਰ ਵਾਸਤੇ ਇਹੋ ਜਿਹੀਆਂ ਨੀਤੀਆਂ ਲੈ ਕੇ ਆਵੇ ਕਿ ਲੋਕਾਂ ਦਾ ਜੀਵਨ ਵੀ ਬਚ ਸਕੇ ਤੇ ਲੋਕ ਆਰਥਿਕ ਪੱਖੋਂ ਵੀ ਬਚੇ ਰਹਿਣ। ਇੱਕ ਸੈਣੀ ਸਾਹਿਬ, ਹੋਰ ਬਹੁਤ ਵੱਡਾ ਸਵਾਲ ਖੜਾ ਹੁੰਦਾ ਆ, ਪਹਿਲਾਂ ਇੰਨਾ ਚਿਰ ਲਾਕਡਾਊਨ ਰਿਹਾ, ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਕੋਈ ਕਿਤੇ ਵਿਚਾਰਾ ਫਸ ਗਿਆ, ਕੋਈ ਕਿਤੇ ਫਸ ਗਿਆ, ਪੈਦਲ ਲੋਕਾਂ ਨੂੰ ਹਜ਼ਾਰਾਂ ਕਿਲੋਮੀਟਰ ਚੱਕ ਕੇ ਆਪਣੇ ਸਫ਼ਰ ਤੈਅ ਕਰਨਾ ਪਿਆ ਘਰ ਪਹੁੰਚਣ ਲਈ, ਕਈ ਰਾਹ ਵਿੱਚ ਵੀ ਉਹਨਾਂ 'ਚ ਕਈ ਮਰ ਗਏ ਵਿਚਾਰੇ। ਤੇ ਕੀ ਹੁਣ ਜੇ ਦੁਬਾਰਾ ਜਿਹੜਾ ਹੁਣ ਰਾਤ ਦਾ ਇਹਨਾਂ ਨੇ ਫੇਰ ਲਾਕਡਾਊਨ ਕਹਿ ਲਈਏ ਜਾਂ ਕਰਫਿਊ ਕਹਿ ਲਈਏ ਜਿਹੜਾ ਲਾਇਆ, ਇਹ ਕਿੰਨਾ ਕੁ ਅਸਰਦਾਰ ਸਾਬਤ ਹੋਏਗਾ? ਇਹ ਅਸਰਦਾਰ ਮੈਨੂੰ ਲੱਗਦਾ ਕਿ ਜਿਸ ਪਾਰਟੀ ਦੀ ਸਰਕਾਰ ਹੁੰਦੀ ਆ, ਉਸ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਲੋਕ ਜਿਹੜੇ ਆ ਉਹਨਾਂ 'ਤੇ ਕੋਈ ਵੀ ਕਾਨੂੰਨ, ਕਾਇਦਾ ਕਾਨੂੰਨ ਨਹੀਂ ਲਾਗੂ ਹੁੰਦਾ। ਔਰ ਇਸੇ ਕਾਰਨ ਕਰਕੇ ਮੈਨੂੰ ਲੱਗਦਾ ਵਾ ਕਿ ਅੱਜ ਆਮ ਲੋਕਾਂ ਦੇ ਉੱਤੇ ਤਸ਼ੱਦਦ ਹੋ ਰਹੀ ਆ, ਸਿਰਫ ਕਰੋਨੇ ਦੀ ਕਹਿ ਸਕਦੇ ਕਿ ਇਸ ਮਹਾਮਾਰੀ ਤੋਂ ਬਚਾਅ ਦੇ ਨਾਮ 'ਤੇ। ਰਾਤ ਦੇ ਕਰਫਿਊ ਦਾ ਮੈਨੂੰ, ਅਸੀਂ ਆਮ ਸਮਾਜ 'ਚ ਘੁੰਮਦੇ ਹਾਂ, ਅਸੀਂ ਵੀ ਘੁੰਮਦੇ ਹਾਂ, ਦੇਖਦੇ ਹਾਂ ਲੋਕਾਂ 'ਚ ਇੱਕ ਮਜ਼ਾਕ ਦਾ ਪਾਤਰ ਪੰਜਾਬ ਸਰਕਾਰ ਬਣ ਰਹੀ ਹੈ ਕਿ ਯਾਰ ਕਰੋਨਾ ਕੀ 9 ਵਜੇ ਤੋਂ ਬਾਅਦ ਉੱਠਦਾ ਵਾ, ਤੇ ਸਵੇਰੇ 5 ਵਜੇ ਤੋਂ ਪਹਿਲਾਂ ਜਾ ਕੇ ਚੱਲ ਜਾਂਦਾ, ਘਰ ਨੂੰ ਚੱਲ ਜਾਂਦਾ ਆਪਣੇ। ਸੋ ਇਹ ਇੱਕ ਮਜ਼ਾਕ ਦਾ ਪਾਤਰ ਹੈ।
ਇਸ ਲਗਾਉਣ ਦੀ ਬਜਾਏ ਲੋਕਾਂ ਨੂੰ ਅਵੇਅਰ ਕੀਤਾ ਜਾਵੇ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਵਿੱਚ ਵੈਕਸੀਨ ਦੀ ਮਾਤਰਾ ਵਧਾਈ ਜਾਵੇ ਤਾਂ ਕਿ ਇਸ ਬਿਮਾਰੀ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ। ਪਰ ਮੈਨੂੰ ਕਿਤੇ ਨਾ ਕਿਤੇ ਇਹ ਵੀ ਸ਼ੱਕ ਪੈਂਦੀ ਆ ਕਿ ਸਰਕਾਰ ਸ਼ਾਇਦ ਕੋਈ ਹੋ ਸਕਦਾ ਕੋਈ ਇੰਟਰਨੈਸ਼ਨਲ ਲੈਵਲ 'ਤੇ ਜਾਂ ਸੈਂਟਰਲ ਲੈਵਲ 'ਤੇ ਕੋਈ ਫੰਡ ਵਗੈਰਾ ਨਾ ਕਿਤੇ ਆਉਂਦਾ ਹੋਵੇ ਜਿਹਨੂੰ ਹਾਸਲ ਕਰਨ ਦੇ ਵਾਸਤੇ ਸਰਕਾਰ ਇਹੋ ਜਿਹੀ ਨੀਤੀ ਚੱਲਦੀ ਹੈ ਕਿ ਦੇਖੋ ਜੀ ਸਾਡੀ ਸਟੇਟਸ ਦਾ ਬੜਾ ਕਰੋਨਾ ਆ ਗਿਆ। ਜਾਂ ਇਹ ਵੀ ਹੋ ਸਕਦਾ ਕਿ ਵਿਪਕਸ਼ੀ ਪਾਰਟੀਆਂ ਸਰਕਾਰ ਦੇ ਕੀਤੇ ਹੋਏ ਜਿਹੜੇ ਕੰਮ ਆ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਨਾ ਕਰ ਸਕਣ ਤਾਂ ਕਰੋਨਾ ਵਧਾ ਰਹੀ ਹੈ। ਸੋ ਸਰਕਾਰ ਨੂੰ ਇਹ ਨੀਤੀ ਤਿਆਗਣੀ ਪੈਣੀ ਹੈ। ਮੋਦੀ ਸਾਹਿਬ ਬਾਰੇ ਕੀ ਕਹੋਗੇ ਜਿਹੜੇ ਲੱਖਾਂ ਦੀਆਂ ਰੈਲੀਆਂ ਕਰ ਰਹੇ ਹੁਣ ਵੀ? ਮੋਦੀ ਸਾਹਿਬ ਦਾ ਤਾਂ ਕੁਝ ਕਹਿਣਾ ਹੋਣੇ ਬਾਰੇ ਤਾਂ ਦੁਨੀਆ ਜਾਣਦੀ ਆ। ਸੋ ਇਸ ਦੇਸ਼ ਦਾ ਦੁਰਭਾਗਯ ਆ ਕਿ ਮੋਦੀ ਸਾਹਿਬ ਵਰਗਾ ਪ੍ਰਾਈਮ ਮਿਨਿਸਟਰ ਇਹਨੂੰ ਮਿਲਿਆ ਵਾ। ਮੋਦੀ ਸਾਹਿਬ ਨੇ ਜਿਸ ਤਰ੍ਹਾਂ ਆਪਣੀ ਦਾੜੀ ਤੇ ਵਾਲ ਵਧਾਏ ਨੇ ਉਸੇ ਤਰ੍ਹਾਂ ਕਿਤੇ ਆਪਣੇ ਕੰਮ ਕਰਨ ਦੀ ਸ਼ੈਲੀ ਨੂੰ ਵਧਾਇਆ ਹੁੰਦਾ ਤਾਂ ਅੱਜ ਦੇਸ਼ ਦੇ ਹਾਲਾਤ ਕੁਝ ਹੋਰ ਹੁੰਦੇ। ਪਰ ਮੋਦੀ ਸਾਹਿਬ ਸਿਵਾਏ ਨੌਟੰਕੀਬਾਜ਼ੀ ਤੋਂ ਮੋਦੀ ਸਾਹਿਬ ਕੋਲ ਕੁਝ ਨਹੀਂ ਹੈ। ਉਹ ਇੱਕ ਬਹੁਤ ਸਾਲ ਪਹਿਲਾਂ, ਮੈਂ ਅੱਗੇ ਵੀ ਗੱਲ ਕਹਿੰਦਾ ਉਹਨਾਂ ਕਿ ਬਹੁਤ ਸਾਲ ਪਹਿਲਾਂ ਇੱਕ ਫਿਲਮ ਆਈ ਸੀ ਰਾਜਪੂਰ ਸਾਹਿਬ ਦੀ, ਸਪਨੋਂ ਕਾ ਸੌਦਾਗਰ। ਉਹ 'ਚ ਕੀ ਹੁੰਦਾ ਕਿ ਰਾਜਪੂਰ ਸਾਹਿਬ ਲੋਕਾਂ ਨੂੰ ਸੁਪਨੇ ਵੇਚਦੇ ਹੁੰਦੇ ਆ, ਥੋੜ੍ਹੇ ਜਿਹੇ ਪੈਸਿਆਂ ਦੇ ਉੱਤੇ ਸੁਪਨੇ ਵੇਚਦੇ ਆ। ਕਿ ਇਸੇ ਤਰ੍ਹਾਂ ਮੋਦੀ ਸਾਹਿਬ ਆ, ਸਿਵਾਏ ਲੋਕਾਂ ਨੂੰ ਸੁਪਨੇ ਵੇਚਣ ਤੋਂ ਸਿਵਾਏ ਇਹਨਾਂ ਕੋਲ ਕੋਈ ਕੰਮ ਨਹੀਂ ਹੈ। ਹੁਣ ਬੰਗਾਲ 'ਚ ਜਾ ਕੇ, ਅਸਾਮ 'ਚ ਜਾ ਕੇ, ਕੇਰਲਾ 'ਚ ਜਾ ਕੇ, ਅਲੱਗ-ਅਲੱਗ ਸਟੇਟਾਂ, ਤਮਿਲਨਾਡੂ ਜਾਂਦੇ ਆ, ਅਲੱਗ-ਅਲੱਗ ਸਟੇਟਾਂ 'ਚ ਜਾ ਕੇ ਏਡੀ ਵੱਡੀਆਂ ਰੈਲੀਆਂ ਸੰਬੋਧਿਤ ਕਰਦੇ ਆ ਤੇ ਦੂਜੇ ਪਾਸੇ ਕਹਿੰਦੇ ਕਰੋਨਾ ਮਹਾਮਾਰੀ ਆ। ਸੋ ਮੈਨੂੰ ਹੈਰਾਨੀ ਹੁੰਦੀ ਮੋਦੀ ਸਾਹਿਬ ਦੀ ਕਾਰਜਸ਼ੈਲੀ ਦੇ ਉੱਤੇ। ਔਰ ਮੋਦੀ ਸਾਹਿਬ ਦੀ ਜਿਹੜੀ ਕੈਬਨਿਟ ਆ ਉਹ ਤਾਂ ਮਾਸ਼ਾ ਅੱਲਾ ਵਾ, ਉਹ ਤਾਂ ਲੋਕਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਤਰੀਕੇ ਪਹਿਲਾਂ ਵੀ ਦੱਸਦੀ ਆਈ ਆ। ਔਰ ਮੋਦੀ ਸਾਹਿਬ ਆਪ ਉਸ ਕੈਬਨਿਟ ਦੇ ਮੁਖੀਆ ਨੇ ਜਿਹੜੇ ਕਹਿੰਦੇ ਥਾਲੀਆਂ ਖੜਕਾ ਦਿਓ, ਜਿਹੜੇ ਕਹਿੰਦੇ ਦੀਵੇ ਜਗਾ ਦਿਓ। ਸੋ ਲੋਕਾਂ ਨੂੰ ਇਹੋ ਜਿਹੇ ਭਰਮਾਂ 'ਚ ਪਾਉਣ ਦੀ ਬਜਾਏ ਸਰਕਾਰ, ਸੈਂਟਰ ਸਰਕਾਰ ਨੂੰ ਚਾਹੀਦਾ ਲੋਕਾਂ ਦੇ ਭਲੇ ਦੀ ਗੱਲ ਕਰੇ। ਔਰ ਕਿਉਂਕਿ ਦੇਸ਼ ਆਪਣਾ, ਲੋਕ ਆਪਣੇ ਆ, ਇਸੀ ਆਵਾਮ ਨੇ ਚੁਣ ਕੇ ਉਹਨਾਂ ਨੂੰ ਸੈਂਟਰ 'ਚ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬਿਠਾਇਆ ਵਾ। ਮੰਨਿਆ ਕਿ 35% ਲੋਕਾਂ ਨੇ ਵੋਟਾਂ ਪਾਈਆਂ ਹੋਣਗੀਆਂ ਬੀਜੇਪੀ ਨੂੰ, ਪਰ ਜਿਹੜੇ 65% ਲੋਕ ਆ ਉਹ ਵੀ ਤਾਂ ਆਪਣੇ ਮੁਲਕ ਦੀ ਆਵਾਮ ਆ। ਕਿਉਂਕਿ ਜਦੋਂ ਕੋਈ ਇੱਕ ਰਾਜੇ ਦਾ ਕਰਤੱਵ ਹੈ, ਰਾਮ ਰਾਜੇ ਦਾ ਅਰਥ ਕੀ ਸੀ ਕਿ ਜਦੋਂ ਕੋਈ ਰਾਜਾ ਬਣ ਜਾਵੇ ਉਹਦਾ ਆਪਣਾ ਪਰਿਵਾਰ ਨਾਲੋਂ ਜ਼ਿਆਦਾ ਆਪਣੀ ਆਵਾਮ ਦੇ ਪ੍ਰਤੀ ਫਰਜ਼ ਹੁੰਦਾ ਵਾ। ਸੋ ਮੈਨੂੰ ਹੈਰਾਨੀ ਹੁੰਦੀ ਕਿ ਅੱਜ ਜਿਹੜੇ ਮੋਦੀ ਸਾਹਿਬ ਨੇ ਚੰਦ ਅਮੀਰ ਘਰਾਣਿਆਂ ਨੂੰ ਦੇਖਣ ਦੇ ਸਿਵਾਏ ਇਹਨਾਂ ਦਾ ਹੋਰ ਕਿਸੇ ਪਾਸੇ ਧਿਆਨ ਹੀ ਹੈ ਨਹੀਂਗਾ। ਸੋ ਮੈਨੂੰ ਲੱਗਦਾ ਕਿ ਮੋਦੀ ਸਾਹਿਬ ਦਾ ਜਿਹੜਾ ਇਹ ਨੀਤੀ ਰਹੀ ਤਾਂ 2000 ਜਿਹੜਾ ਅੱਗੇ ਆ ਰਿਹਾ ਵਾ ਲਗਭਗ 24-25 ਦਾ ਇਲੈਕਸ਼ਨ ਜਿਹੜਾ ਹੋਗਾ 24 ਦਾ, ਤਾਂ ਮੈਨੂੰ ਲੱਗਦਾ ਕਿ ਬੀਜੇਪੀ ਨੂੰ ਲੱਗਦਾ ਕਿ 100 ਸੀਟ ਵੀ ਨਹੀਂ ਆਉਣੀ ਜੋ ਹਾਲਾਤ ਚੱਲਦੇ ਪਏ ਨੇ ਇਹਨਾਂ ਦੇ। ਜਨਤਾ ਨੂੰ ਤੁਸੀਂ ਕੀ ਸੁਝਾਅ ਦੇਣਾ ਚਾਹੋਗੇ? ਕਿਉਂਕਿ ਜ਼ਿੰਦਗੀ ਆਪਣੀ ਆ, ਸਾਨੂੰ ਜੇ ਸਰਕਾਰਾਂ ਕੁਝ ਨਹੀਂ ਵੀ ਕਰਦੀਆਂ ਜਾਂ ਅਸੀਂ ਸਰਕਾਰ ਤੋਂ ਸੰਤੁਸ਼ਟ ਨਹੀਂ ਵੀ ਹੈ ਤੇ ਸਾਨੂੰ ਜਿਹੜਾ ਆਪਣਾ ਧਿਆਨ ਆਪ ਰੱਖਣਾ ਪੈਣਾ। ਆਪਣੇ ਜਨਤਾ ਨੂੰ, ਆਮ ਜਨਤਾ ਨੂੰ ਕੀ ਕਹੋਗੇ? ਜਨਤਾ ਨੂੰ ਮੇਰੀ ਇੱਕੋ ਬੇਨਤੀ ਆ ਕਿ ਕੋਵਿਡ ਦੀਆਂ ਜਿਹੜੀਆਂ ਵੀ ਹਦਾਇਤਾਂ ਨੇ ਉਹਨਾਂ ਦਾ ਪਾਲਣ ਕਰਨ ਔਰ ਆਪਣੀ ਜਾਨ ਤੇ ਮਾਲ ਦੀ ਰੱਖਿਆ ਆਪ ਕਰਨ। ਸਾਡੀਆਂ ਸਰਕਾਰਾਂ ਬਿਲਕੁਲ ਨਕਮੀਆਂ ਨੇ, ਇਹਨਾਂ ਤੋਂ ਕੋਈ ਆਸ ਨਾ ਰੱਖਣ। ਕਿਉਂਕਿ ਜੇਕਰ ਕੋਵਿਡ ਦੇ ਵਾਕਈ ਕੋਵਿਡ ਦੇ ਕੇਸ ਵੱਧਦੇ ਚਲੇ ਗਏ ਤਾਂ ਸਰਕਾਰਾਂ ਨੇ ਹੱਥ ਖੜੇ ਕਰ ਦੇਣੇ ਆ। ਔਰ ਮੈਨੂੰ ਵੀ ਲੱਗਦਾ ਕਿ ਸਾਡਾ ਮੈਡੀਕਲ ਸਿਸਟਮ ਵੀ ਉਸ ਲੈਵਲ ਦਾ ਨਹੀਂ ਹੈ ਕਿ ਇਸ ਬਿਮਾਰੀ ਨੂੰ ਸਾਂਭ ਸਕੇ। ਸੋ ਇੰਨੀ ਕੁ ਬੇਨਤੀ ਹੈ ਕਿ ਜਨਤਾ ਕੋਵਿਡ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਪਣੀ ਸੁਰੱਖਿਆ ਕਰਨ ਔਰ ਜ਼ਿਆਦਾ ਭੀੜ ਭਾੜ ਵਾਲੇ ਇਲਾਕਿਆਂ 'ਚ ਜਾਣ ਤੋਂ ਪਰਹੇਜ਼ ਕਰਨ। ਔਰ ਨਾਲ ਹੀ ਨਾਲ ਇਹ ਵੀ ਹੈਗਾ ਕਿ ਜਿੰਨੀ ਇਹਤਿਆਤ ਵਰਤਣ ਉਨਾ ਹੀ ਇਸ ਬਿਮਾਰੀ ਨੂੰ ਰੋਕਿਆ ਜਾ ਸਕਦਾ। ਔਰ ਵੈਕਸੀਨ ਨੂੰ ਜ਼ਿਆਦਾ ਤੋਂ ਜ਼ਿਆਦਾ ਮਾਤਰਾ 'ਚ ਲਗਵਾਉਣ, ਕਿਸੇ ਵੀ ਤਰ੍ਹਾਂ ਦੇ ਵਹਿਮ ਭਰਮ ਦੇ ਵਿੱਚ ਨਾ ਪੈਣ ਔਰ ਵੈਕਸੀਨ ਦਾ ਪ੍ਰਯੋਗ ਕਰਦੇ ਹੋਏ ਇਸ ਬਿਮਾਰੀ ਨੂੰ ਜੜ੍ਹੋਂ ਖਤਮ ਕਰਨ। ਸੋ ਮੇਰੀ ਇੰਨੀ ਕੁ ਬੇਨਤੀ, ਆਪਣੀ ਸਿਹਤ ਦਾ ਖਿਆਲ ਰੱਖਣ, ਆਪਣੇ ਪਰਿਵਾਰ ਦਾ ਖਿਆਲ ਰੱਖਣ। ਅਗਰ ਪਰਿਵਾਰ ਖੁਸ਼ਹਾਲ ਹੋਣਗੇ ਤਾਂ ਇਹ ਦੇਸ਼ ਖੁਸ਼ਹਾਲ ਹੋਊਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਸਰ, ਕੀ ਸ਼ੁਭ ਨਾਮ ਜੀ ਆਪਣਾ? ਮੇਰਾ ਨਾਮ ਡਾਕਟਰ ਓਮਕਾਰ ਤ੍ਰੇਹਨ। ਇਹ ਡਾਕਟਰ ਸਾਹਿਬ, ਜਿਹੜਾ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਕਰੋਨਾ ਮਹਾਮਾਰੀ ਨੂੰ ਲੈ ਕੇ ਦੁਆਰਾ ਜਿਹੜੇ ਸਖਤ ਕਦਮ ਚੁੱਕੇ ਆ, ਤੁਸੀਂ ਇਹਦੇ ਨਾਲ ਕਿੰਨੇ ਸਹਿਮਤ ਹੋ? ਕੁਝ ਹੱਦ ਤੱਕ, ਪਰ ਪੂਰੀ ਤਰ੍ਹਾਂ ਨਹੀਂ, ਕਿਉਂਕਿ ਅੱਜ ਤੱਕ 2 ਸਾਲ, ਪਿਛਲੇ 2 ਸਾਲ ਦੇ ਵਿੱਚ ਅਸੀਂ ਦੇਖ ਰਹੇ ਕਿ ਕਰੋਨਾ ਦੇ ਕੇਸਿਸ ਕਾਫੀ ਸਾਰੇ ਦਰਸਾਏ ਜਾ ਰਹੇ। ਉਹੀ ਡਾਟਾ ਜਿਹੜਾ ਰਿਪੀਟ ਕਰਕੇ ਦੁਹਰਾਇਆ ਜਾ ਰਿਹਾ। ਅਖਬਾਰਾਂ ਦੇ ਵਿੱਚ ਵੀ ਡੇਲੀ ਹਾਈਲਾਈਟ ਕਰਨ ਦਾ ਮਤਲਬ ਇੱਕ ਮਕਸਦ ਮੈਨੂੰ ਸਮਝ ਨਹੀਂ ਆਇਆ, ਕਿਉਂਕਿ ਬਾਕੀ ਸਟੇਟਸ ਦੇ ਵਿੱਚ ਉਹਨਾਂ ਨੇ ਆਪਣੀ ਨਿਊਜ਼ਪੇਪਰਸ ਦੇ ਵਿੱਚ ਇਹ ਡਾਟਾਸ ਦੇਣੇ ਬੰਦ ਕਰ ਦਿੱਤੇ ਹੈ, ਲੇਕਿਨ ਪੰਜਾਬ 'ਚ ਬਦਸਤੂਰ ਇਹ ਹਾਲੇ ਤੱਕ ਜਾਰੀ ਹੈ। ਜਿੱਦਾਂ ਇਹਨਾਂ ਨੇ ਰਾਤ ਦਾ ਜਿਹੜਾ ਕਰਫਿਊ ਆ ਪਹਿਲਾਂ 11 ਤੋਂ ਸਵੇਰ 5 ਵਜੇ ਤੱਕ ਲਗਾਇਆ ਸੀ ਤੇ ਹੁਣ ਜਿਹੜਾ ਹੈ 9 ਵਜੇ ਤੋਂ ਲੈ ਕੇ ਰਾਤ ਤੇ ਸਵੇਰ ਦੇ 5 ਵਜੇ ਤੱਕ ਲਾਇਆ ਕਰਫਿਊ। ਕੀ ਇਹ ਜਿਹੜੇ ਕਰਫਿਊ ਨਾਲ ਆਏ ਕਰੋਨਾ ਦੀ ਮਹਾਮਾਰੀ ਤੇ ਕੋਈ ਅਸਰ ਹੋਏਗਾ? ਕੋਈ ਮਹਾਮਾਰੀ ਤੇ ਕੋਈ ਅਸਰ ਨਹੀਂ ਹੋਏਗਾ, ਲੇਕਿਨ ਲੁੱਟ ਖੋਹ ਦੀਆਂ ਜਿਹੜੀਆਂ ਵਾਰਦਾਤਾਂ ਉਹਨਾਂ 'ਚ ਜ਼ਰੂਰ ਵਾਧਾ ਹੋ ਸਕਦਾ, ਕਿਉਂਕਿ ਰਾਤ ਵੇਲੇ ਸਿਕਿਉਰਿਟੀ ਜਿਹੜੀ ਹੈ ਉਹ ਇੰਨੀ ਅਲਰਟ ਨਹੀਂ ਹੁੰਦੀ, ਕਿਉਂਕਿ ਕਰਫਿਊ ਕਰਕੇ ਲੋਕ ਬਾਹਰ ਨਹੀਂ ਆਉਂਦੇ ਤੇ ਉਸ ਵੇਲੇ ਜਿਹੜੇ ਅਵਾਂਛਿਤ ਤੱਤਵ ਹੈ ਉਹਨਾਂ ਨੂੰ ਲੁੱਟ ਖੋਹ ਕਰਨ ਦਾ, ਚੋਰੀਆਂ ਕਰਨ ਦਾ ਬਹੁਤ ਸੁਨਹਿਰਾ ਮੌਕਾ ਮਿਲ ਜਾਂਦਾ ਹੈ, ਜਿਹਦੇ ਕਰਕੇ ਜਨਤਾ ਪਹਿਲੇ ਤਾਂ ਜਿਹੜੀ ਪਰੇਸ਼ਾਨ ਹੈ ਉਹ ਹੋਰ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਹੈ। ਔਰ ਪਿੱਛੇ ਵੀ ਇਸ ਤਰ੍ਹਾਂ ਹੋਇਆ ਹੈ ਕਿ ਇੱਕ ਰਾਤ ਦੇ ਵਿੱਚ 4 ਚੋਰੀਆਂ ਇੱਕੋ ਹੀ ਰੋਡ ਦੇ ਉੱਤੇ ਹੋਈਆਂ, ਜਿਹਦਾ ਉਹਨਾਂ ਨੂੰ ਤਾਂ ਮਤਲਬ ਪ੍ਰਭਾਵ ਉਹਨਾਂ 'ਤੇ ਤਾਂ ਪਿਆ ਹੀ ਹੈ, ਉਹਨਾਂ ਦਾ ਤਾਂ ਨੁਕਸਾਨ ਹੋਇਆ,
ਆਮ ਜਨਤਾ ਵੀ ਜਿਹੜੀ ਇੱਕ ਦਹਿਸ਼ਤ ਦੇ ਵਿੱਚ ਆ ਗਈ ਕਿ ਅਸੀਂ ਵੀ ਆਪਣੇ ਆਪ ਨੂੰ ਸੁਰੱਖਿਅਤ ਕਰ ਲਈਏ। ਇਹ ਕਰੋਨਾ ਨਹੀਂ, ਕਰੋਨਾ ਦਾ ਜਿਹੜਾ ਇੱਕ ਆਰਟੀਫੀਸ਼ੀਅਲ ਜਿਹਾ ਡਰ ਸਾਡੇ ਵਿੱਚ ਕ੍ਰੀਏਟ ਕੀਤਾ ਗਿਆ ਹੈ। ਮੈਂ ਤਾਂ ਸਵੇਰੇ ਸ਼ਾਮ ਜਦੋਂ ਵੀ ਅਖਬਾਰ ਵੀ ਪੜ੍ਹਦਾ ਜਾਂ ਲੋਕਾਂ ਨੂੰ ਮਿਲਦਾ, ਮੈਂ ਤਾਂ ਇਹੀ ਪੁੱਛਦਾ ਹੁੰਦਾ ਕਿ ਕਿਆ ਸਰਕਾਰੀ ਮਹਿਕਮਿਆਂ ਦੇ ਵਿੱਚ ਹੀ ਕਰੋਨਾ ਹੈ, ਪ੍ਰਾਈਵੇਟ ਸੈਕਟਰ ਦੇ ਵਿੱਚ ਕੋਈ ਕਰੋਨਾ ਨਹੀਂ। ਇਸੇ ਤਰ੍ਹਾਂ ਰੈਲੀਜ਼ ਹੁੰਦੀਆਂ। ਹੁਣ ਬੰਗਾਲ ਔਰ ਅਸਮ ਦੇ ਵਿੱਚ ਜਿਹੜੇ ਇਲੈਕਸ਼ਨਸ ਹੈ ਉੱਥੇ ਕੋਈ ਕਰੋਨਾ ਨਹੀਂ, ਉੱਥੇ ਦੇ ਲੋਕ ਲੱਖਾਂ ਕਰੋੜਾਂ ਦੀ ਭੀੜ ਬਣਾ ਕੇ ਬੈਠੇ, ਉੱਥੇ ਕੋਈ ਕਰੋਨਾ ਨਹੀਂ। ਦਿੱਲੀ ਸਿੰਘੂ ਬਾਰਡਰ ਦੇ ਵਿੱਚ, ਟਿਕਰੀ ਬਾਰਡਰ ਦੇ ਵਿੱਚ ਮੈਂ ਖੁਦ ਦੇਖਿਆ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਟਰੈਕਟਰ ਵਾਲੇ ਕਿਸਾਨ ਭਰਾ ਜਿਹੜੇ ਕਿ ਆਪਣੇ ਹੱਕਾਂ ਲਈ ਨਹੀਂ, ਆਪਣੇ ਦੇਸ਼ ਦੇ ਹੱਕਾਂ ਵਾਸਤੇ ਆਪਣੇ ਘਰ-ਬਾਰ ਛੱਡ ਕੇ ਪਿਛਲੇ 5 ਮਹੀਨਿਆਂ ਤੋਂ ਉੱਥੇ ਬੈਠੇ ਹੈ, ਉਹਨਾਂ ਲਈ ਕੋਈ ਕਰੋਨਾ ਨਹੀਂ। ਕੀ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਪਏ ਇੱਕ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀ ਵੀ ਚਾਲ ਹੋ ਸਕਦੀ ਆ? ਹਾਂ, ਕਾਫੀ ਹੱਦ ਤੱਕ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਉਹ ਕਿਸਾਨ ਜਿਹੜੇ ਕਿ ਇੰਨੇ ਮਹੀਨਿਆਂ ਤੋਂ ਸੰਘਰਸ਼ ਕਰਦੇ ਪਏ ਹੈ, ਉਹਨਾਂ ਦੇ ਸੰਘਰਸ਼ ਨੂੰ ਵਿਰਾਮ ਦੇਣ ਵਾਸਤੇ ਜਿਹੜੀ ਸਾਡੀ ਕੇਂਦਰ ਸਰਕਾਰ ਹੈ ਉਹ ਉਹਨਾਂ 'ਤੇ ਲਗਾਮ ਲਗਾਉਣਾ ਚਾਹੁੰਦੀ ਹੈ, ਉਹਨਾਂ ਨੂੰ ਵਾਪਸ ਆਪਣੇ ਆਪਣੇ ਘਰਾਂ ਨੂੰ ਭੇਜਣਾ ਚਾਹੁੰਦੀ ਹੈ ਤਾਂ ਜੋ ਆਪਣੀ ਚਾਲ ਵਿੱਚੋਂ ਸਫਲ ਹੋ ਜਾਣ। ਲੇਕਿਨ ਸਾਡੇ ਕਿਸਾਨ ਭਰਾ, ਅਸੀਂ ਉਹਨਾਂ ਦੇ ਨਾਲ ਹੈ, ਅਸੀਂ ਵੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਜੇ ਉਹ ਉੱਥੇ ਐਕਟਿਵ ਹੈ ਤਾਂ ਅਸੀਂ ਇੱਥੇ ਐਕਟਿਵ ਹੋਵਾਂਗੇ ਔਰ ਆਪਣੇ ਦੇਸ਼ ਨੂੰ ਬਚਾਉਣ ਲਈ ਇੱਦਾਂ ਦੀਆਂ ਸਰਕਾਰਾਂ ਤੋਂ निजात पाने की कोशिश करेंगे। द स्टालिन न्यूज़ के लिए हरपाल लाडा के साथ कैमरामैन जितेंद्र प्रिंस की रिपोर्ट।